ਚੰਗਿਆਈਆਂ ਲੱਖ ਪੁੰਨਾ ਪ੍ਰਵਾਨ, ਲੱਖ ਤਪ ਪੁਰ ਤੀਰਥਾਂ ਸਹਿਜ ਜੋਗ ਬੇਬਾਨ। ਇਹ ਪਾਵਨ ਪਵਿੱਤਰ ਸ਼ਬਦ ਆਸਾ ਕੀ ਵਾਰ ਬਾਣੀ ਚ ਧੰਨ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ 8ਵੀਂ ਪੌੜੀ ਦੇ ਵਿੱਚ ਦੂਸਰੇ ਸ਼ਲੋਕ ਦੇ ਰੂਪ ਵਿੱਚ ਦਰਜ ਹੈ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਗੁਰੂ ਸਾਹਿਬ ਨੇ ਨਾ ਜਿਹੜਾ ਸਾਨੂੰ ਉਪਦੇਸ਼ ਦਿੱਤਾ ਹੈ, ਜਿੱਥੇ ਸਾਨੂੰ ਸੱਚ ਤੋਂ ਜਾਣੂ ਕਰਾਇਆ, ਸਾਨੂੰ ਗੁਰਮਤਿ ਦੀ ਸੋਝੀ ਬਖਸ਼ੀ, ਸਾਨੂੰ ਆਪਣੇ ਆਪ ਦੀ ਸੋਝੀ ਬਖਸ਼ੀ, ਆਪਣਾ ਆਪ ਜਣਾਇਆ, ਆਪਣੇ ਆਪ ਜਣਾਉਣ ਦੇ ਜੋ ਸ਼ਬਦ ਉਚਾਰੇ, ਉੱਥੇ ਨਾਲ ਨਾਲ ਇਹ ਵੀ ਦੱਸਿਆ ਵੀ ਜੋ ਕੁਝ ਅਸੀਂ ਧਰਮ ਦੇ ਨਾਂ ਥੱਲੇ ਬਹੁਤ ਕੁਝ ਅਡੰਬਰਾਂ ਦੇ ਰੂਪ ਚ ਕਰ ਰਹੇ ਹਾਂ, ਦਿਖਾਵੇ ਦੇ ਰੂਪ ਚ ਕਰ ਰਹੇ ਹਾਂ, ਪਾਖੰਡ ਦੇ ਰੂਪ ਦੇ ਵਿੱਚ ਕਰ ਰਹੇ ਹਾਂ, ਉਹਦਾ ਸਾਨੂੰ ਭੁਲੇਖਾ ਹੋ ਸਕਦਾ ਹੈ ਕਿ ਇਹ ਗੱਲਾਂ ਮੇਰੇ ਕੰਮ ਆਉਣਗੀਆਂ, ਮੇਰਾ ਅੱਗਾ ਸਵਾਰ ਦੇਣਗੀਆਂ, ਮੈਨੂੰ ਰੱਬ ਨਾਲ ਮਿਲਾ ਦੇਣਗੀਆਂ, ਮੇਰੇ ਮਨ ਦੇ ਵਿੱਚ ਮੇਰੇ ਮਨ ਨੂੰ ਧੋ ਦੇਣਗੀਆਂ, ਮੇਰੀ ਮੈਲ ਧੋ ਦੇਣਗੀਆਂ, ਮੈਨੂੰ ਮੁਕਤੀ ਬਖਸ਼ ਦੇਣਗੀਆਂ। ਪਰ ਮਹਾਰਾਜ ਨੇ ਉੱਥੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਵੀ ਜੈਸਾ ਤੂੰ ਸੋਚਿਆ ਹੋਇਆ ਵੈਸਾ ਕੁਝ ਵੀ ਨਹੀਂ ਹੁੰਦਾ। ਇਸ ਕਰਕੇ ਕੁਝ ਕਰਮ ਕਰਦਿਆਂ ਹੋਇਆਂ ਵੀ ਕਿਤੇ ਭੁਲੇਖੇ ਵਿੱਚ ਨਾ ਰਹਿ ਜਾਈਏ ਕਿ ਮੈਂ ਧਰਮ ਦਾ ਕਰਮ ਕਰ ਲਿਆ ਤੇ ਮੈਂ ਹੁਣ ਮੁਕਤ ਹਾਂ, ਮੈਂ ਠੀਕ ਹਾਂ, ਮੇਰਾ ਜੀਵਨ ਸਫਲ ਹੈ। ਅਵੇਅਰ ਕੀਤਾ, ਕਿਉਂਕਿ ਜਿਹੜੀ ਗੁਰਸਿੱਖੀ ਹੈ ਨਾ, ਗੁਰਸਿੱਖੀ ਬਰੀਕ ਹੈ, ਇਹ ਬੜੀ ਬਰੀਕ ਹੈ। ਇਹ ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਇਹ ਆਮ ਦੁਨਿਆਵੀ ਸੰਸਾਰੀ ਧਰਮ ਨਹੀਂ ਹੈ। ਇਹ ਨਹੀਂ ਵੀ ਕੁਛ ਥੋੜਾ ਬਹੁਤਾ ਦਾਨ ਦੇਤਾ ਤੇ ਰੱਬ ਮਿਲ ਗਿਆ, ਥੋੜਾ ਬਹੁਤਾ ਪਾਠ ਪੂਜਾ ਕਰ ਲਈ ਤੇ ਰੱਬ ਦੇ ਭਗਤ ਹੋ ਗਏ, ਥੋੜਾ ਬਹੁਤਾ ਦਿਖਾਵਾ ਕਰ ਲਿਆ ਤੇ ਰੱਬ ਦੇ ਭਗਤ ਹੋ ਗਏ, ਜਾਂ ਕੁਛ ਕਈ ਤਰ੍ਹਾਂ ਦਾ ਭੇਖ ਧਾਰਨ ਕਰ ਲਿਆ ਤੇ ਰੱਬੀ ਬਖਸ਼ਿਸ਼ ਦੇ ਪਾਤਰ ਬਣ ਗਏ। ਨਹੀਂ, ਇੱਥੇ ਪਾਉਣ ਨਾਲੋਂ ਵੀ ਜ਼ਿਆਦਾ ਸਾਨੂੰ ਗਵਾਉਣਾ ਪੈਣਾ, ਕਿਉਂਕਿ ਅਸੀਂ ਆਪਣੇ ਅੰਦਰ ਜਮਾ ਬਹੁਤ ਕੁਝ ਕਰਿਆ ਹੋਇਆ। ਸਾਡੇ ਅੰਦਰ ਇਤਨਾ ਕੂੜ ਕਬਾੜ ਭਰਿਆ ਹੋਇਆ ਹੈ, ਜਿਤਨਾ ਚਿਰ ਉਹ ਕੂੜ ਕਬਾੜ ਅਸੀਂ ਆਪਣੇ ਮਨ ਚੋਂ ਕੱਢਦੇ ਨਹੀਂ, ਉਹਨੂੰ ਗਵਾਉਂਦੇ ਨਹੀਂ, ਅਸੀਂ ਪਾ ਵੀ ਕੁਝ ਨਹੀਂ ਸਕਦੇ। ਇਹ ਧਿਆਨ ਵਿੱਚ ਰੱਖਣ ਯੋਗ ਬਾਤ ਹੈ। ਸਿਆਣੇ ਕਹਿੰਦੇ ਨੇ ਕੁਝ ਪਾਉਣ ਵਾਸਤੇ ਕੁਝ ਗਵਾਉਣਾ ਪੈਂਦਾ। ਅਸੀਂ ਸੱਚ ਪਾਉਣਾ ਹੈ ਤੇ ਸਾਨੂੰ ਝੂਠ ਗਵਾਉਣਾ ਪਏਗਾ, ਮਨ ਚੋਂ ਕੱਢਣਾ ਪਏਗਾ, ਭਰਮ ਕੱਢਣਾ ਪਏਗਾ, ਅਗਿਆਨ ਕੱਢਣਾ ਪਏਗਾ, ਹਨੇਰਾ ਕੱਢਣਾ ਪਏਗਾ, ਦੁਬਿਧਾ ਕੱਢਣੀ ਪਏਗੀ, ਦੁਰਮਤ ਕੱਢਣੀ ਪਏਗੀ। ਬੜਾ ਕੁਝ ਆ ਕੱਢਣ ਵਾਲਾ, ਗਵਾਉਣ ਵਾਲਾ। ਪਾਉਣ ਵਾਲੀ ਇੱਕੋ ਚੀਜ਼ ਹੈ, ਗਵਾਉਣ ਵਾਲੀਆਂ ਲੱਖਾਂ ਨੇ। ਇਸੇ ਕਰਕੇ ਨਾ ਗੁਰੂ ਸਾਹਿਬ ਨੇ ਜਦੋਂ ਗੱਲ ਕੀਤੀ ਹੈ, ਗੁਰਮਤਿ ਦਾ ਸਿਧਾਂਤ ਇੱਕ ਪੰਕਤੀ ਚ ਦੇ ਦਿੰਦੇ ਨੇ, ਪਰ ਬਾਕੀ ਸਾਰੀਆਂ ਗੱਲਾਂ ਕਰਮ ਕਾਂਡਾਂ ਉਹਨਾਂ ਨੂੰ ਕਈ ਕਈ ਪੰਕਤੀਆਂ ਚ ਲਿਖਣਾ ਪੈਂਦਾ ਹੈ, ਕਿਉਂਕਿ ਬਹੁਤ ਜ਼ਿਆਦਾ ਹੁੰਦੇ ਨੇ। ਹੁਣ ਧਿਆਨ ਵਿੱਚ ਰੱਖਿਓ, ਝੂਠ ਦੀ ਮਿਕਦਾਰ ਜਾਂ ਕੁਆਂਟੀਟੀ ਹਮੇਸ਼ਾ ਜ਼ਿਆਦਾ ਹੁੰਦੀ ਹੈ। ਮਾਇਆ ਵਿੱਚ, ਸੰਸਾਰ ਵਿੱਚ ਝੂਠ ਜ਼ਿਆਦਾ ਹੁੰਦਾ ਹੈ, ਸੱਚ ਬਹੁਤ ਥੋੜਾ ਹੁੰਦਾ ਹੈ। ਕੱਚ ਬਹੁਤ ਜ਼ਿਆਦਾ ਹੁੰਦਾ ਹੈ, ਸੋਨਾ ਬਹੁਤ ਥੋੜਾ ਹੁੰਦਾ ਹੈ। ਲੋਹਾ ਬਹੁਤ ਜ਼ਿਆਦਾ ਹੈ, ਸੋਨਾ ਬਹੁਤ ਘੱਟ ਹੈ। ਸ਼ੀਸ਼ਾ ਬਹੁਤ ਜ਼ਿਆਦਾ, ਹੀਰਾ ਬਹੁਤ ਘੱਟ ਹੈ। ਇਹ ਕੁਦਰਤੀ ਰੂਪ ਚ ਹੈ। ਭੇਡਾਂ ਬੱਕਰੀਆਂ ਬਹੁਤ ਨੇ, ਗਿੱਦੜ ਬਹੁਤ ਨੇ, ਪਰ ਸ਼ੇਰ ਬਹੁਤ ਘੱਟ ਨੇ। ਸੱਚ ਜੇ ਆਪਾਂ ਕਹਿ ਲਈਏ ਚੰਗੀ ਚੀਜ਼ ਹੈ, ਉਹ ਘੱਟ ਹੁੰਦੀ ਹੈ, ਮਾੜੀ ਦੀ ਕੋਈ ਗਿਣਤੀ ਨਹੀਂ ਹੁੰਦੀ, ਉਹ ਬੇਸ਼ੁਮਾਰ ਹੁੰਦੀ ਹੈ। ਹੁਣ ਝੂਠ ਅਗਿਆਨ ਦੇ ਰੂਪ ਚ, ਹਨੇਰੇ ਦੇ ਰੂਪ ਚ, ਦੁਰਮਤ ਦੇ ਰੂਪ ਚ, ਭਰਮ ਦੇ ਰੂਪ ਚ, ਅਗਿਆਨਤਾ ਦੇ ਰੂਪ ਚ, ਜ਼ਹਿਰ ਦੇ ਰੂਪ ਚ, ਛਾਰ ਸਵਾਹ ਦੇ ਰੂਪ ਚ, ਅਖੰਡ ਦੇ ਰੂਪ ਚ, ਭਰਮ ਦੇ ਰੂਪ ਚ ਸਾਡੇ ਮਨ ਚ ਡੇਰਾ ਜਮਾ ਕੇ ਬੈਠਾ ਹੈ। ਤੇ ਕਮਾਲ ਦੀ ਗੱਲ ਇਹ ਵੀ ਅਸੀਂ ਉਹਨੂੰ ਸੱਚ ਮੰਨੀ ਬੈਠੇ ਆ। ਉੱਪਰੋਂ ਵੱਡੀ ਗੱਲ ਸਾਨੂੰ ਸੱਚ ਮੰਨਿਆ ਹੋਇਆ, ਉਹਨੂੰ ਧਰਮ ਮੰਨਿਆ ਹੋਇਆ। ਇਹ ਨੁਕਸਾਨ ਹੋ ਰਿਹਾ ਸਾਨੂੰ, ਜਿਹਦਾ ਕਿ ਸਾਨੂੰ ਖੁਦ ਨੂੰ ਵੀ ਬਹੁਤੀ ਵਾਰ ਪਤਾ ਨਹੀਂ ਲੱਗਦਾ
ਕਿ ਜਿਹਨੂੰ ਮੈਂ ਸੱਚ ਮੰਨਿਆ ਹੋਇਆ ਨਾ ਉਹ ਹੈ ਤੇ ਝੂਠ ਹੈ, ਆਪਾਂ ਨੂੰ ਪਤਾ ਹੀ ਨਹੀਂ ਹੁੰਦਾ। ਤਾਂ ਗੁਰੂ ਸਾਹਿਬ ਨੇ ਕਿਹਾ ਸੀ ਝੂਠ ਬਾਤ ਸਾਧ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗਿਆ ਨਾ ਰਾਤੀ, ਰਾਤੀ ਦਾ ਅਰਥ ਹੈ ਰੱਤੀ ਜਿੰਨੀ ਵੀ। ਕਹਿੰਦੇ ਝੂਠੀ ਗੱਲ ਨੂੰ, ਝੂਠੀ ਵਿਚਾਰ ਨੂੰ, ਝੂਠੇ ਪ੍ਰਪੰਚਾਂ ਨੂੰ ਤੂੰ ਸੱਚ ਮੰਨਿਆ ਹੋਇਆ, ਆਪਾਂ ਸਭ ਨੇ ਮੰਨਿਆ ਹੋਇਆ। ਤੇ ਜੋ ਸੱਚ ਹੈ ਉਹ ਰੱਤੀ ਜਿੰਨਾ ਵੀ ਸਾਡੇ ਮਨ ਤੇ ਨਹੀਂ ਲੱਗਦਾ, ਅਸਰ ਹੀ ਨਹੀਂ ਕਰਦਾ। ਸਤ ਹੋਵਨ ਮਨ ਲੱਗਿਆ ਨਾ ਰਾਤੀ। ਇਹ ਸਾਡੀ ਆਮ ਸਮਾਜਿਕ ਸੰਸਾਰੀ ਬੰਦਿਆਂ ਦੀ ਹਾਲਤ ਹੈ, ਜਾਂ ਜਿਹੜੇ ਅਸੀਂ ਆਪਣੇ ਆਪ ਨੂੰ ਧਰਮੀ ਮੰਨਦੇ ਹਾਂ, ਜਾਂ ਅਸੀਂ ਧਰਮੀ ਕਹਾਉਂਦੇ ਹਾਂ, ਜਾਂ ਅਸੀਂ ਧਰਮ ਦੇ ਨਾਂ ਥੱਲੇ ਕਈ ਤਰ੍ਹਾਂ ਦੇ ਕਰਮ ਵੀ ਕਰਦੇ ਹਾਂ। ਹੁਣ ਕਮਾਲ ਦੀ ਗੱਲ ਹੈ ਵੀ ਅੱਜ ਗੁਰੂ ਸਾਹਿਬ ਨੇ ਉਹਨਾਂ ਗੱਲਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਗੱਲਾਂ ਦੇ ਭਰਮ ਥੱਲੇ ਇੱਕ ਆਮ ਬੰਦਾ ਜ਼ਿੰਦਗੀ ਜੀ ਲੈਂਦਾ ਤੇ ਮੰਨਦਾ ਵੀ ਮੈਂ ਬਹੁਤ ਵਧੀਆ ਜ਼ਿੰਦਗੀ ਜੀ ਰਿਹਾ, ਮੇਰਾ ਜੀਵਨ ਬੜਾ ਵਧੀਆ, ਮੈਂ ਤੇ ਧਰਮੀ ਵੀ ਬਣ ਗਿਆ। ਹੁਣ ਆ ਜਿਹੜਾ ਪੂਰਾ ਸ਼ਬਦ ਹੈ ਇਹਦੀਆਂ 6 ਲਾਈਨਾਂ ਨੇ। 4 ਲਾਈਨਾਂ ਦੇ ਵਿੱਚ ਗੁਰੂ ਸਾਹਿਬ ਨੇ ਕੁਝ ਗੱਲਾਂ ਜਿਹੜੀਆਂ ਕਿ ਅਸੀਂ ਸੱਚ ਮੰਨੀ ਬੈਠੇ ਹਾਂ ਉਹਨਾਂ ਦਾ ਜ਼ਿਕਰ ਕੀਤਾ, ਪਰ ਉਹਨਾਂ ਦੀ ਵੈਲਿਊ ਕੋਈ ਨਹੀਂ, ਉਹਨਾਂ ਦੀ ਕੀਮਤ ਕੋਈ ਨਹੀਂ, ਜੋਤ ਵਾਸਤੇ, ਮਨ ਵਾਸਤੇ, ਆਤਮਾ ਵਾਸਤੇ। ਤੇ ਜੋ ਸੱਚ ਹੈ, ਜਿਹੜੀ ਜਿਸ ਵਸਤੂ ਦੀ ਵੈਲਿਊ ਹੈ, ਜੋ ਅਸੀਂ ਕਰਮ ਕਰਨਾ ਹੈ, ਜਿਸ ਵਾਸਤੇ ਅਸੀਂ ਆਏ ਹਾਂ, ਉਹ ਕੇਵਲ ਇੱਕ ਲਾਈਨ 'ਚ ਲਿਖ ਦਿੱਤਾ। ਹੁਣ ਉਹ ਕੀ ਹੈ ਮਹਾਰਾਜ ਉੱਪਰੋਂ ਸ਼ੁਰੂ ਕਰਦੇ ਨੇ। ਦੁਨੀਆ ਕੀ ਕਰਦੀ ਹੈ, ਦੁਨੀਆ 'ਚ ਕੀ ਹੋ ਰਿਹਾ ਹੈ, ਤੇ ਲੋਕ ਉਹ ਕਰਕੇ ਕੀ ਆਪਣੇ ਆਪ ਨੂੰ ਮੰਨ ਲੈਂਦੇ ਨੇ, ਕਿਹੜਾ ਕਿਹੜਾ ਸਾਡੇ ਮਨ 'ਚ ਭਰਮ ਪੈਦਾ ਹੋ ਜਾਂਦਾ ਹੈ, ਉਹ ਸਾਰਾ ਕੁਝ ਹੁਣ ਸ਼ੁਰੂ ਹੋਣ ਲੱਗਿਆ। ਮਹੱਲਾ ਪਹਿਲਾ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਮਹਾਰਾਜ ਕਹਿੰਦੇ ਸੱਚ ਨਾਮ ਤੋਂ ਬਿਨਾਂ, ਸੱਚੇ ਗਿਆਨ ਤੋਂ ਬਿਨਾਂ ਤੂੰ ਭਾਵੇਂ ਲੱਖ ਤਰ੍ਹਾਂ ਦੀਆਂ ਨੇਕੀਆਂ ਕਰ ਲੈ, ਲੱਖਾਂ ਚੰਗਿਆਈਆਂ ਕਮਾ ਲੈ, ਲੱਖਾਂ ਹੀ, ਇੱਕ ਨਹੀਂ, ਲੱਖਾਂ ਨੇਕੀਆਂ ਹੋਣ, ਲੱਖਾਂ ਚੰਗਿਆਈਆਂ ਹੋਣ, ਲੱਖ ਪੁੰਨਾ ਪ੍ਰਵਾਨ, ਲੱਖਾਂ ਤਰ੍ਹਾਂ ਦੇ ਤੂੰ ਪੁੰਨ ਵੀ ਕਰ ਲੈ। ਲੱਖਾਂ ਪੁੰਨ, ਇੱਕ ਤਾਂ ਨਹੀਂ, ਲੱਖਾਂ ਪੁੰਨ ਪ੍ਰਵਾਨ। ਹੁਣ ਪ੍ਰਵਾਨ ਕੌਣ ਕਰੇ? ਜਿਹਨੂੰ ਦੁਨੀਆ ਪ੍ਰਵਾਨ ਕਰ ਲੇ। ਜਿਹੜੇ ਪੁੰਨ ਦੁਨੀਆ ਦੀ ਨਜ਼ਰ 'ਚ ਪ੍ਰਵਾਨ ਹੋ ਜਾਣ, ਜਿਹੜੀਆਂ ਨੇਕੀਆਂ ਤੇ ਚੰਗਿਆਈਆਂ ਨੂੰ ਲੋਕ ਕਹਿ ਦੇਣ ਵਾਹ ਜੀ ਵਾਹ ਬੜਾ ਵਧੀਆ ਕੰਮ ਹੈ, ਇਹ ਤੇ ਬਹਿ ਜਾ ਕਰਾਤੀ ਜੀ, ਸਾਡੀ ਪਾਰਟੀ ਜਿੰਦਾਬਾਦ, ਸਾਡਾ ਬੰਦਾ ਜਿੰਦਾਬਾਦ, ਇਹਨੇ ਬੜਾ ਵੱਡਾ ਕੰਮ ਕਰਤਾ, ਲੋਕੀ ਚੰਗਾ ਕਹਿ ਰਹੇ ਨੇ, ਲੋਕੀ ਬੜੀਆਂ ਚੰਗਿਆਈਆਂ ਕਰ ਰਹੇ ਨੇ, ਇਹ ਬੜਾ ਨੇਕੀ ਦਾ ਕੰਮ ਕੀਤਾ ਜੀ, ਬੜਾ ਭਲੇ ਦਾ ਕੰਮ ਕੀਤਾ, ਇੰਨਾ ਪੁੰਨ ਕੀਤਾ, ਇਹ ਪੁੰਨ ਲੱਗ ਗਿਆ ਜੀ, ਪ੍ਰਵਾਨ ਹੋ ਗਿਆ। ਇਸ ਤਰ੍ਹਾਂ ਦਾ ਅਸੀਂ ਸਾਰਾ ਕੁਝ ਕਰਦੇ ਹਾਂ, ਦੁਨੀਆ 'ਚ ਇਹੀ ਕੁਝ ਸਾਨੂੰ ਵੇਖਣ ਨੂੰ ਮਿਲਦਾ। ਹੁਣ ਮੈਂ ਬੇਨਤੀ ਕਰਾਂ, ਇਹ ਕੁਝ ਸਾਨੂੰ ਕਰਨ ਨੂੰ ਨਹੀਂ ਕਿਹਾ, ਧਿਆਨ ਵਿੱਚ ਰੱਖਿਓ, ਇਹ ਅਸੀਂ ਕਰਨਾ ਨਹੀਂ। ਇਹ ਜਿਹੜੇ ਲੋਕ ਇਹ ਕੁਝ ਕਰ ਰਹੇ ਨੇ, ਜਾਂ ਜੋ ਕੁਝ ਦੁਨੀਆ ਵਿੱਚ ਹੋ ਰਿਹਾ ਉਹਦੇ ਬਾਬਤ ਮਹਾਰਾਜ ਸੋਝੀ ਦੇ ਰਹੇ ਨੇ। ਲੱਖਾਂ ਕਮਾਲ ਹੈ। ਹੁਣ ਦੇਖੋ ਇਹ ਗੱਲ ਕਿਉਂ ਕਹੀ, ਕਿਉਂਕਿ ਮਨੁੱਖੀ ਮਨ ਦਾ ਸੁਭਾਅ ਹੈ, ਇਹ ਕੋਈ ਨੇਕੀ ਚੰਗਿਆਈ, ਕੋਈ ਭਲਾਈ ਦਾ ਕਰਮ ਕਰ ਜਾਏ, ਉਸੇ ਵੇਲੇ ਇਹਨੂੰ ਇੱਕ ਮੈਲ ਲੱਗਦੀ ਹੈ, ਜਿਹਨੂੰ ਅਸੀਂ ਪਿੱਛੇ ਪੜ ਕੇ ਆਏ ਹਾਂ, ਹਉਮੈ ਦੀ। ਹਉਮੈ ਦੀ ਮੈਲ ਲੱਗੀ ਨਹੀਂ ਤੇ ਸਾਰਾ ਕੀਤਾ ਕਰਾਇਆ ਖਤਮ ਹੋ ਜਾਂਦਾ ਹੈ, ਬਸ ਇੰਨੀ ਕੁ ਗੱਲ ਹੈ। ਪਰ ਹਉਮੈ ਸੂਖਸ਼ਮ ਰੂਪ 'ਚ ਸਾਰਿਆਂ ਦੇ ਅੰਦਰ ਚੱਲੀ ਜਾਂਦੀ ਹੈ। ਸੂਖਸ਼ਮ ਰੂਪ ਵਾਲੀ ਹਉਮੈ ਖਤਰਨਾਕ ਵੀ ਸਭ ਤੋਂ ਵੱਧ ਹੈ। ਇੱਕ ਤਾਂ ਹੁੰਦੀ ਹੈ ਸਾਨੂੰ ਆਮ ਬਿਮਾਰੀਆਂ, ਬੁਖਾਰ ਹੋ ਗਿਆ ਜੀ, ਕੋਈ ਚਿਕਨਗੁਣੀਆ ਹੋ ਗਿਆ ਜੀ, ਕੋਈ ਨਿੱਕਾ ਮੋਟਾ ਪੇਟ ਦਰਦ ਹੋ ਗਿਆ, ਸਿਰ ਦਰਦ ਹੋ ਗਿਆ, ਲੱਤ ਦੁਖ ਰਹੀ ਹੈ, ਹਨਾ, ਇਹ ਬਿਮਾਰੀਆਂ ਛੇਤੀ ਹੋ ਜਾਂਦੀਆਂ ਨੇ, ਪਕੜ 'ਚ ਆ ਜਾਂਦੀਆਂ ਨੇ, ਇਲਾਜ ਕਰ ਲੈਂਦੇ ਆ। ਇੱਕ ਬਿਮਾਰੀ ਅੰਦਰ ਹੀ ਅੰਦਰ ਚੱਲਦੀ ਰਹਿੰਦੀ ਹੈ, ਉਹ ਸਾਲਾਂ ਬਾਅਦ ਪਤਾ ਲੱਗਦਾ, ਉਹ ਮਾਈ ਗੋਡ ਇਹਨੂੰ ਤੇ 2 ਸਾਲ ਹੋ ਗਏ ਜੀ ਤੇ ਆਹ ਬਿਮਾਰੀ ਪਤਾ ਹੋਣ ਲੱਗਿਆ। ਉਹ ਸੂਖਸ਼ਮ ਰੂਪ 'ਚ ਚੱਲ ਰਹੀ ਸੀ ਅੰਦਰ, ਉਹ ਖਤਰਨਾਕ ਸੀ, ਉਹ ਜਾਨਲੇਵਾ ਹੁੰਦੀ ਹੈ। ਸੂਖਸ਼ਮ ਰੂਪ ਬਿਮਾਰੀ ਜਾਨਲੇਵਾ ਹੁੰਦੀ ਹੈ, ਵੱਧ ਖਤਰਨਾਕ ਹੁੰਦੀ ਹੈ। ਹੁਣ ਕੈਂਸਰ ਕੀ ਹੈ? ਸੂਖਸ਼ਮ ਰੂਪ 'ਚ ਚੱਲਦਾ ਅੰਦਰ, ਇੱਕ ਦਿਨ 'ਚ ਤੇ ਪਤਾ ਵੀ ਨਹੀਂ ਲੱਗਦਾ। ਕਈ ਵਾਰ ਜਦੋਂ ਜਾ ਕੇ ਤੀਸਰੀ ਸਟੇਜ ਤੇ ਪਤਾ ਲੱਗਦਾ ਵੀ ਤੀਸਰੀ ਸਟੇਜ ਤੇ ਆ ਗਿਆ ਜੀ, ਹੁਣ ਤੇ ਔਖਾ ਹੈ। ਹੱਦ ਹੋ ਗਈ, ਪਹਿਲੀਆਂ 2 ਦਾ ਪਤਾ ਹੀ ਨਹੀਂ ਲੱਗਿਆ। ਜਿਹਦੇ ਖੁਦ ਅੰਦਰ ਚੱਲਦਾ ਉਹਨੂੰ ਨਹੀਂ, ਕਿਉਂ? ਸੂਖਸ਼ਮ ਰੂਪ 'ਚ ਚੱਲਦਾ ਸੀ ਅੰਦਰ ਅੰਦਰ, ਪੂਰੀ ਬੋਡੀ 'ਚ ਉਹਨੇ ਆਪਣਾ ਘਰ ਬਣਾ ਲਿਆ, ਡੇਰਾ ਬਣਾ ਲਿਆ, ਸਾਡੇ ਉੱਪਰ ਆਪਣਾ ਪੂਰਾ ਕਬਜ਼ਾ ਜਮਾਇਆ, ਪਰ ਸਾਨੂੰ ਪਤਾ ਵੀ ਨਹੀਂ ਲੱਗਾ।
ਇਸੇ ਤਰ੍ਹਾਂ ਜਿਹੜਾ ਹੰਕਾਰ ਹੈ ਸੂਖਸ਼ਮ ਰੂਪ ਚ ਸਾਡੇ ਅੰਦਰ ਚੱਲਦਾ ਹੈ, ਅਰੇ ਹੀ ਖਤਰਨਾਕ ਹੈ। ਜਿਹੜਾ ਸਿੱਧਾ ਹੀ ਆ ਜਾਵੇ ਉਹ ਹਲੇ ਠੀਕ ਹੁੰਦਾ, ਉਹਦਾ ਕੋਈ ਬਹੁਤਾ ਨੁਕਸਾਨ ਨਹੀਂ। ਇੱਕ ਬੰਦਾ ਕਹਿੰਦਾ ਹਾਂ ਯਾਰ ਮੈਂ ਕੀਤਾ ਕੰਮ, ਮੈਂ ਕਰਦਾ, ਠੀਕ ਆ ਕੋਈ ਗੱਲ ਨਹੀਂ, ਤੁਸੀਂ ਕਰ ਲਓ ਜੋ ਕਰਨਾ। ਇੱਕ ਕਹਿੰਦਾ ਨਹੀਂ ਜੀ ਨਹੀਂ ਅਸੀਂ ਤੇ ਨਹੀਂ ਜੀ ਕਰਦੇ ਜੀ, ਇਹ ਤੇ ਜੀ ਬਸ ਜੀ ਕਰ ਲਿਆ ਜੀ, ਠੀਕ ਹੈ ਜੀ ਉਹਨੇ ਕਰਾ ਲਿਆ ਜੀ। ਉਹਦੇ ਅੰਦਰ ਮਿਠਾਸ ਦੇ ਰੂਪ ਚ ਅੰਦਰ ਹਉਮੈ ਪ੍ਰਗਟ ਹੋ ਰਹੀ ਹੈ। ਇੱਕ ਨੇ ਸਿੱਧੀ ਕਹਿ ਦਿੱਤੀ, ਇੱਕ ਲੋਕਾਂ ਰਾਹੀਂ ਕਹਾ ਰਿਹਾ ਵੀ ਤੁਸੀਂ ਮੇਰੀ ਉਪਮਾ ਕਰਨੀ ਹੈ, ਤੁਸੀਂ ਮੇਰੇ ਗੁਣ ਗਾਉਣੇ ਨੇ, ਮੇਰੇ ਨਾਮ ਦੇ ਬੈਨਰ ਲਾਓ, ਮੇਰੇ ਨਾਮ ਦੇ ਫਲੈਕਸਾਂ ਲਾਓ। ਫਿਰ ਕਹਿੰਦਾ ਨਹੀਂ ਮੈਂ ਤੇ ਨਹੀਂ ਜੀ ਕਿਹਾ, ਤੇ ਮੇਰੇ ਭਗਤਾਂ ਨੇ ਲਾ ਦਿੱਤਾ ਜੀ, ਇਹ ਤੇ ਸਾਨੂੰ ਪਿਆਰ ਕਰਨ ਵਾਲਿਆਂ ਦਾ ਬਸ ਉਹ ਹੈ ਜੀ, ਉਹਨਾਂ ਨੇ ਕਰਾ ਦਿੱਤਾ ਜੀ ਇੰਨੀ ਉਪਮਾ, ਅਸੀਂ ਤੇ ਮਨਾ ਕੀਤਾ ਸੀ। ਅਸੀਂ ਤੇ ਕਹਿੰਦੇ ਸਾਨੂੰ ਸੰਤ ਨਾ ਕਿਹਾ ਕਰੋ, ਮਹਾਂਪੁਰਖ ਨਾ ਕਿਹਾ ਕਰੋ। ਨਹੀਂ, ਸੰਗਤ ਨਹੀਂ ਹਟਦੀ। ਹੁਣ ਉੱਥੇ ਸੂਖਸ਼ਮ ਰੂਪ ਚ ਚੱਲ ਰਹੀ, ਉਹ ਖਤਰਨਾਕ ਹੈ ਜ਼ਿਆਦਾ। ਪ੍ਰਵਾਨ ਕੀਤੀ ਹੋਈ ਹੈ, ਐਕਸੈਪਟ ਕੀਤੀ ਹੋਈ ਹੈ। ਇਹੀ ਫਰਕ ਸਾਨੂੰ ਸਮਝਣਾ ਪੈਣਾ ਹੈ। ਹੁਣ ਐਸਾ ਬੰਦਾ ਮਹਾਰਾਜ ਕਹਿੰਦੇ ਇੱਕ ਨਹੀਂ ਲੱਖਾਂ ਨੇਕੀਆਂ ਚੰਗਿਆਈਆਂ ਕਰ ਲਵੇ, ਲੱਖਾਂ ਤਰ੍ਹਾਂ ਦੇ ਪੁੰਨ ਕਰ ਲਏ, ਲੋਕੀ ਕਹਿ ਦੇਣ ਪ੍ਰਵਾਨ ਹੈ ਜੀ, ਬੜਾ ਵਧੀਆ ਹੋਇਆ ਜੀ, ਇਹਨੂੰ ਅਵਾਰਡ ਦੇ ਦਿਓ ਜੀ, ਇਹਨੂੰ ਬਹੁਤ ਵੱਡਾ ਸਨਮਾਨ ਦੇ ਦਿਓ। ਦੁਨੀਆ 'ਚ ਹੁੰਦਾ ਮਾਣ ਸਨਮਾਨ ਸਤਿਕਾਰ, ਅਵਾਰਡ ਦਿੱਤੇ ਜਾਂਦੇ ਨੇ, ਯਾਦਗਾਰੀ ਅਵਾਰਡ ਹੁੰਦੇ ਨੇ ਕਿਸੇ ਦੀਆਂ ਸੇਵਾਵਾਂ ਪ੍ਰਤੀ, ਧਰਮ ਦੀਆਂ, ਸਮਾਜ ਦੀਆਂ, ਰਾਜਨੀਤੀ ਦੀਆਂ। ਪਰ ਕਮਾਲ ਦੀ ਗੱਲ ਹੈ, ਕਈ ਥਾਂ ਤੇ ਹਾਲਾਤ ਇੰਨੇ ਖਰਾਬ, ਤੁਸੀਂ ਸਨਮਾਨ ਨਾ ਦਿਓ ਬੰਦੇ ਨੂੰ, ਕੰਮ ਕਰੇ ਬਦਲੇ, ਅਗਲਾ ਲੜਨ ਨੂੰ ਪੈ ਜਾਂਦਾ ਹੈ, ਕਿਉਂਕਿ ਉਹਦੇ ਅੰਦਰ ਸਨਮਾਨ ਦੀ ਭੁੱਖ ਹੁੰਦੀ ਹੈ ਵੀ ਜੋ ਮੈਂ ਕੀਤਾ ਉਹਦੇ ਬਦਲੇ ਮੇਰਾ ਮਾਣ ਸਨਮਾਨ ਕਿਉਂ ਨਹੀਂ ਹੋਇਆ। ਮਹਾਰਾਜ ਕਹਿੰਦੇ ਮਾਨ ਤੇ ਅਪਮਾਨ ਇੱਕ ਬਰਾਬਰ ਹੋ ਗਿਆ। ਉੱਥੇ ਹੁਣ ਲੱਖ ਕੀ ਭਾਵੇਂ ਉਸ ਤਰ੍ਹਾਂ ਦੀ ਕਰੋੜ ਤਰ੍ਹਾਂ ਦੀ ਸੇਵਾ ਕਰ ਲਵੇ, ਕਰੋੜ ਚੰਗਿਆਈਆਂ ਵੀ ਕਰ ਲਵੇ। ਗੁਰਬਾਣੀ ਦਾ ਇੱਕ ਪ੍ਰਮਾਣ ਹੈ ਮਨੁੱਖੀ ਸੁਭਾਅ ਦੇ ਉੱਪਰ, ਕਹਿੰਦੇ ਜੇ ਕੋ ਏਕ ਕਰੇ ਚੰਗਿਆਈ, ਇੱਕ ਚੰਗਿਆਈ, ਇੱਥੇ ਲੱਖਾਂ ਦੀ ਗੱਲ ਹੈ, ਇੱਕ ਚੰਗਿਆਈ ਕਰ ਲਵੇ ਨਾ, ਸਾਡੇ ਤੋਂ ਹੋ ਜਾਵੇ ਕੋਈ ਚੰਗਾ ਕਰਮ, ਅਸੀਂ ਕਈ ਵਾਰੀ ਕਰ ਦਿੰਦੇ ਹਾਂ, ਹੋ ਜਾਂਦਾ ਹੈ, ਸੁਭਾਵਿਕ ਹੋ ਗਿਆ, ਜਾਂ ਚਲੋ ਸੋਚ ਸਮਝ ਕੇ ਕਰ ਲਿਆ, ਇੱਕ ਕਰ ਲਿਆ ਸੀ ਕੋਈ ਚੰਗਾ, ਇੱਕ ਦਿਨ ਚ ਕਰ ਲਿਆ, ਇੱਕ ਮਹੀਨੇ ਚ ਕਰ ਲਿਆ, ਇੱਕ ਸਾਲ ਚ ਕਰ ਲਿਆ, ਇੱਕ ਹੋ ਗਿਆ। ਗਲਤੀ ਨਾਲ ਹੋ ਗਿਆ, ਜਾਣੇ ਅਣਜਾਣੇ ਹੋ ਗਿਆ, ਸੋਚ ਕੇ ਹੋ ਗਿਆ। ਜੇ ਕੋ ਏਕ ਕਰੇ ਚੰਗਿਆਈ, ਤੇ ਕੀ ਕਰਦਾ, ਮਨ ਚਿੱਤ ਬਹੁਤ ਵਫਾਵੇ, ਵਫਾਵੇ ਦਾ ਅਰਥ ਹੈ ਫੁੱਲਿਆ ਫਿਰਦਾ, ਫੁੱਲਿਆ ਨਹੀਂ ਸਮਾਉਂਦਾ। ਮਨੁੱਖੀ ਸੁਭਾਅ ਆਮ ਤੌਰ ਤੇ ਬਹੁਤਾਤ ਰੂਪ ਚ ਕੀ ਹੁੰਦਾ, ਮਨ ਚਿੱਤ ਬਹੁਤ ਵਫਾਵੇ, ਇੱਕ ਚੰਗਿਆਈ ਨਾਲ ਬੜਾ ਖੁਸ਼ ਹੁੰਦਾ, ਬੜਾ ਵਫਾਉਂਦਾ, ਬੜਾ ਫੁੱਲਿਆ ਫਿਰਦਾ, ਦੱਸਦਾ ਫਿਰਦਾ, ਲੋਕਾਂ ਦੇ ਪ੍ਰਚਾਰ ਕਰਦਾ ਫਿਰਦਾ ਉਸ ਗੱਲ ਦਾ। ਪਰ ਕਹਿੰਦੇ ਕਦੇ ਉਹਨੂੰ ਵੀ ਵੇਖ, ਇੱਥੇ ਗੁਣ, ਇੱਥੀਆਂ ਚੰਗਿਆਈਆਂ ਦੇ ਨਾ ਪਛੋਤਾਵੇ। ਉਹਦੇ ਚ ਗੁਣ ਕਿੰਨੇ ਨੇ, ਚੰਗਿਆਈਆਂ ਕਿੰਨੀਆਂ ਨੇ, ਦਾਤਾਂ ਕਿੰਨੀਆਂ ਨੇ, ਰਹਿਮਤਾਂ ਕਿੰਨੀਆਂ ਨੇ, ਬਖਸ਼ਿਸ਼ਾਂ ਕਿੰਨੀਆਂ ਨੇ, ਕਿੰਨਾ ਕੁਝ ਦਿੱਤਾ, ਸਾਰਾ ਕੁਝ ਦੇ ਕੇ ਵੀ ਤੂੰ ਉਹਦਾ ਸ਼ੁਕਰ ਨਹੀਂ ਕੀਤਾ, ਪਰ ਉੱਥੇ ਪਛਤਾਵਾ ਕੋਈ ਨਹੀਂ ਹੈ। ਉਹ ਸਭ ਕੁਝ ਦੇਈ ਜਾਂਦਾ, ਭੁੱਲੀ ਜਾਂਦਾ, ਦੇਈ ਜਾਂਦਾ, ਭੁੱਲੀ ਜਾਂਦਾ, ਤੂੰ ਕਰੀ ਜਾਂਦਾ, ਯਾਦ ਰੱਖੀ ਜਾਂਦਾ, ਕਰੀ ਜਾਂਦਾ, ਯਾਦ ਰੱਖੀ ਜਾਂਦਾ, ਇੱਕ ਚੰਗਿਆਈ ਨਾਲ। ਇੱਥੇ ਤੇ ਲੱਖਾਂ ਦੀ ਗੱਲ ਹੋ ਰਹੀ ਹੈ। ਪੁੰਨ ਕਰਵਾਏ ਜਾਂਦੇ ਸਨ, ਪੁੰਨ ਕਰਾਉਣ ਵਾਲੇ ਨੂੰ ਕਹਿ ਦਿੱਤਾ ਜਾਂਦਾ ਸੀ ਵੀ ਤੇਰੇ ਵਰਗਾ ਤੇ ਹੁਣ ਦਾਨੀ, ਵੱਡਾ ਸਿਆਣਾ ਬੰਦਾ ਹੀ ਕੋਈ ਨਹੀਂ। ਉਹ ਹੋਰ ਫੁੱਲ ਜਾਂਦਾ ਸੀ, ਮੇਰਾ ਪੁੰਨ ਤੇ ਪ੍ਰਵਾਨ ਹੋ ਗਿਆ, ਲੇਖੇ ਲੱਗ ਗਿਆ, ਤੇ ਮੈਨੂੰ ਤੇ ਹੁਣ ਉਹ ਫਿਰ ਕਹਿੰਦੇ ਸਵਰਗ ਚ ਤੈਨੂੰ ਚੌਗਣਾ ਹੋ ਕੇ ਮਿਲੂਗਾ, ਅਗਲੇ ਜਨਮ ਚ ਚੌਗਣਾ ਹੋ ਕੇ ਮਿਲੂ। ਉਹ ਹੋਰ ਫੁੱਲਦਾ ਸੀ, ਮਨ ਚ ਤਾਂ ਬਹੁਤ ਵਫਾਵਾ ਹੈ। ਇਹ ਮਨੁੱਖੀ ਸੁਭਾਅ ਹੈ। ਅੱਗੇ ਕੀ ਕਹਿੰਦੇ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ, ਲੱਖਾਂ ਤਾਪ ਕਰ ਲਏ, ਤੀਰਥਾਂ ਦੇ ਉੱਪਰ ਚਲਾ ਜਾਏ, ਉੱਥੇ ਹੀ ਰਹਿਣ ਲੱਗ ਪਏ, ਉੱਥੇ ਹੀ ਡੇਰਾ ਲਾ ਲਏ, ਤੀਰਥਾਂ ਤੇ ਨਹਾਉਣ ਲੱਗ ਪਏ, ਤੀਰਥਾਂ ਤੇ ਤਪੱਸਿਆ ਕਰੇ, ਸਹਿਜ ਜੋਗ ਬੇਬਾਨ, ਜੰਗਲਾਂ ਚ ਜਾ ਕੇ, ਮੜੀਆਂ ਮਸਾਣਾਂ ਚ ਜਾ ਕੇ ਯੋਗ ਕਰੇ, ਸਾਧਨਾ ਕਰੇ, ਸਮਾਧੀਆਂ ਲਾਏ। ਐਸਾ ਕੁਝ ਕਰਨ ਵਾਲੇ ਵੀ ਲੋਕ ਬਹੁਤ ਹੋਏ ਨੇ। ਦੁਨੀਆ ਇਹ ਕੁਝ ਕਰਦੀ ਰਹੀ ਹੈ। ਕੋਈ ਤੀਰਥਾਂ ਚ ਜਾਂਦਾ ਸੀ, ਕੋਈ ਜੰਗਲਾਂ ਤੇ ਜਾਂਦਾ ਸੀ, ਕੋਈ ਭੁੱਖਾ ਰਹਿੰਦਾ ਸੀ, ਕੋਈ ਜਲ ਧਾਰੇ ਕਰਦਾ ਸੀ, ਤੇ ਕੋਈ ਕੁਝ ਬੜਾ ਕੁਝ ਹੋ ਰਿਹਾ। ਕੋਈ ਪਿੰਡ ਤੇ ਸੁਬਾਹ ਮਲਦਾ ਸੀ, ਕੋਈ ਗਰਮੀਆਂ ਦੇ ਵਿੱਚ ਅੱਗ ਦੇ ਵਿੱਚ ਬਹਿੰਦਾ ਸੀ, ਸਰਦੀਆਂ ਦੇ ਵਿੱਚ ਬਰਫ਼ ਦੇ ਵਿੱਚ ਬਹਿੰਦਾ ਸੀ। ਭਾਵ ਬਹੁਤ ਦਰਜੇ ਦਾ ਕਸ਼ਟ ਆਪਣੇ ਆਪ ਨੂੰ ਦਿੰਦਾ ਸੀ, ਸਰੀਰਕ ਤੌਰ ਤੇ ਕਸ਼ਟ ਦਿੰਦਾ ਸੀ ਆਪਣੇ ਆਪ ਨੂੰ। ਤਪੱਸਿਆ ਜਿਹਨੂੰ ਕਹਿੰਦੇ ਆ, ਕਠਿਨ ਤਪੱਸਿਆ, ਘਾਲਣਾ।
महाराज ने उत्थे क्या सी, कहंदे ऐसा बंदा भावें अनेक तपस्या करे अहंकार, नरक सुरग फिर फिर अवतार। तपस्या तो अहंकार आएगा ही आएगा, क्यों नहीं आएगा। एक चंगे कर्म दा आ जाए, जिहड़ा बंदा कई सालों तो इको चंगा कर्म करे, ਉਹਦੇ मन च क्यों नहीं आएगा। वो तो बल्कि दूजे ਨੂੰ ਬੰਦਾ नहीं समझदा। कि ਜਿਹੜੇ शराब दिया करते सन, शराब देने वाले के मन च कितना वड्डा अहंकार हुंदा, ਅਸੀਂ अंदाजा नहीं ला सकते। उन्होंने तप करके ली शक्ति, सारी उम्र तप किया, तप करके उन्होंने कहा मैनूं शक्ति दे दो, मैं जो चाह करदा। शक्ति ले ली, हुण लोकां नूं शराब ही दे जांदा। क्यों दिंदा? क्योंकि अहंकार है भी मैनूं तो कुछ होना नहीं, मैं तुहाडा जो मर्जी करदा। उत्थे महाराज कहंदे अनेक अहंकार, ते नतीजा की निकले नरक सुरग फिर फिर अवतार। वो सारा कुछ क्यों कहते मिट्टी कर लिया, लख तप उपर तीर्थां सहज जोग बेबान। लखां तपस्यावां कर लै, तीर्थां ते सारी उम्र भटकदा रहे, सहज कर लै, जोग कर लै, बेबान जंगलां च भटक लै, तेरे पल्ले तां भी कुछ नहीं पैना। तीर्थ तप दया दत्त दान मिलिया कि जे को पावे तिल का मान, तिल जिन्ना मान, बस ये तो कुछ नहीं, दुनिया ने वाहवा करती, प्राप्ति कोई नहीं है। बस सारी उम्र तीर्थां ते जांदा रहा, तप करदा रहा, दान दिंदा रहा, दया करदा रहा, मिलिया कि तिल, एक तिल मिले। और क्या महाराज ने फिर कहते तीर्थ बरत अर दान कर, मन में धरै गुमान। महाराज प्रवान हो गए, कहते नहीं नानक निफल जात ते ज्यों कुंचर इशनान। निफल हो गए, व्यर्थ हो गए, यूजलेस, किसी काम ही नहीं आएंगे। ये कुछ भी दुनिया करती रही है। लख सुरतन संग्राम रण मह छुपै प्राण। लखां सूरमे जंग के मैदान दे विच जिन्हां दे प्राण निकलते ने, जंग का मैदान नहीं छड्डदे, डटे रहंदे हन, मर जाते हन, हट कर लेंदे ने। महाराज कहते बड़े हुए ने, बड़े बड़े बली हुए ने, जोगी जति ब्रह्मचारी बड़े हुए ने ऐसे। सूरमियां नाल सामने वाले दुश्मन रूप सूरमे नाल लड़ते ने, मारा सहते ने, खून पसीना बहा देंदे ने, शरीर टुकड़े टुकड़े हो जाता है। रण में छुट्टा प्राण, रण दे विच ही उन्हां दे प्राण निकल जाते हैं। भाव कि भी हुण इन्ना करन दे नाल भी ये नहीं भी वो रब दे दर ते प्रवान हो गए, जीवन मुक्त हो गए। उत्थे भी किते ना किते मन दे विच मान हुंदा है, ईर्खा भी है, नफरत भी है, दुश्मनी भी पली हुई है, बड़ा कुछ चलेगा उत्थे भी। ये तो गुरु साहब ने उस गल नूं समझे तां लिखी है ना पंक्ति, साडे समझ ना आवे, मेरे वर्गे दे उपरों लंघ जाए, वो च मेरा ही कसूर है, जब मैं कहूं भी इदां किवें हो जाएगा। और महाराज ने सामने लिखा इट मीन ਇਹਦੇ ਵਿੱਚ भी ऐसे सूरमियां ਦੇ ਵਿੱਚ भी, ऐसे जंग के मैदान च लड़न वालियां ਦੇ मन ਦੇ ਵਿੱਚ भी कोई ना कोई ऐसी कमी पेशी रह गई, जिस करके महाराज ने गल लिखनी पई। ਹੁਣ चौथी पंक्ति, लख सुरती लख ज्ञान ध्यान पढ़िया पाठ पुराण। लखां सुरतियां ला लो, लखां तरह के ज्ञान ध्यान ते पढ़िया पाठ पुराण, पुराणा के पाठ पढ़ लो। हम ज्ञान ध्यान की गल तो असीं भी कर रहे हैं, वो पुराणों की गल कर रहे हैं, असीं बाणी पढ़ रहे हैं, पढ़िया पाठ पुराण, क्योंकि असीं पढ़े ही ने, पढ़े हन, पल्ले कुछ नहीं, जे पल्ले पै गया तो उन्होंने मन्निया नहीं, जे मन लिया तो चले नहीं, तां कल्ला पढ़िया लिखिया। मानी ने कहा पढ़िया ना ही भेद बुझिया पावना। जिहड़ा भेद है ना, जिहड़ी रमज है, जिहड़ी गल बुझण वाली सी, समझण वाली सी, पल्ले पढ़ के नहीं पल्ले पैंदी, उन्होंने बुझना पेगा, उसदी तह तक जाना पेगा। कहते पढ़िया पाठ पुराण, दुनिया पढ़ती रही है पुराने समय च। गरुड़ पुराण का पाठ अज भी किया जाता है ना, जो हिंदू परिवारों च किसी की मौत होती है, गरुड़ पाठ पढ़िया जाता है, गरुड़ पुराण में पढ़िया जाता है। उन्होंने शिव पुराण है, भगवत पुराण है, आत्म पुराण है, 18 पुराण ने, 18 पुराणों के विच बड़ा कुछ उन्होंने लिखा, उन्होंने मत अनुसार दुनिया पढ़ती है पढ़िया पाठ पुराण। लखां सुरतियां, लखां तरह की सुरत जोड़ने की गल्लां करते हैं।
ਲੱਖਾਂ ਸੁਰਤੀਆਂ ਹੁੰਦੀਆਂ ਨੇ, ਲੱਖਾਂ ਤਰ੍ਹਾਂ ਦਾ ਗਿਆਨ ਧਿਆਨ ਹੈ, ਗਿਆਨ ਧਿਆਨ ਦੀਆਂ ਗੱਲਾਂ ਕਰਨ ਵਾਲੇ ਨੇ, ਲੱਖਾਂ ਤਰੀਕਿਆਂ ਨਾਲ ਗਿਆਨ ਧਿਆਨ ਕਮਾਇਆ ਜਾਂਦਾ ਹੈ। ਇਹਨਾਂ ਦੀ ਕੋਈ ਕਮੀ ਨਹੀਂ ਹੈ, ਐਸਾ ਕੁਝ ਦੁਨੀਆ 'ਚ ਹੋ ਰਿਹਾ, ਕਰਨ ਵਾਲੇ ਬਹੁਤ ਨੇ। ਹੁਣ ਮਹਾਰਾਜ ਇੱਥੇ ਹੁਣ ਤੱਤ ਦੀ ਗੱਲ ਹੁਣ ਕਰਨ ਲੱਗੇ ਨੇ ਅਗਲੀ ਲਾਈਨਾਂ 'ਚ, ਕਹਿੰਦੇ ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ। ਹੁਣ ਉਹ ਕੁਝ ਤੇ ਦੁਨੀਆ ਨੇ ਕਰ ਲਿਆ, ਉਹ ਕੁਝ ਯਾਦ ਰਹਿ ਗਿਆ, ਪਰ ਜਿਸ ਕਰਤੇ ਨੇ ਸਾਰਾ ਕੁਝ ਕੀਤਾ, ਲਿਖਿਆ ਆਵਣ ਜਾਣ, ਜਿਹਨੇ ਸਾਡਾ ਜਨਮ ਮਰਨ ਦਾ ਸਮਾਂ ਅਸਥਾਨ ਸਭ ਪਹਿਲੋਂ ਤੈਅ ਕਰ ਦਿੱਤਾ, ਲਿਖ ਦਿੱਤਾ, ਉਹਨੂੰ ਭੁੱਲ ਗਿਆ, ਉਹ ਤਾਂ ਚੇਤੇ ਨਹੀਂ ਆਇਆ। ਖਾਣਾ ਪੀਣਾ ਹੱਸਣਾ ਸੋਹਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਅਸੀਂ ਸਭ ਕੁਝ ਯਾਦ ਰੱਖਿਆ, ਖਸਮ ਵਿਸਾਰਤਾ। ਖਸਮ ਕੌਣ ਹੈ? ਜਿਨ ਕਰਤਾ, ਜਿਹਨੇ ਕੀਤਾ ਸਾਰਾ ਕੁਝ, ਜੋ ਸਭ ਕੁਝ ਦਾ ਕਰਤਾ ਹੈ, ਕਰਤਾ ਪੁਰਖ ਹੈ, ਜੋ ਲਿਖਿਆ ਉਹਨੇ ਸਾਡਾ ਆਉਣ ਜਾਣ ਲਿਖਿਆ ਹੋਇਆ ਹੈ। ਸਮਾਂ ਉਹ ਨਿਯਤ ਕਰਦਾ ਹੈ, ਅਸਥਾਨ ਉਹ ਨਿਯਤ ਕਰਦਾ ਹੈ, ਤੇ ਅਸੀਂ ਦੋਸ਼ੀ ਕਿਸੇ ਦੂਜੇ ਨੂੰ ਮੰਨ ਲੈਂਦੇ ਹਾਂ। ਆਲ ਕੇ ਵੀ ਉਹਦੀ ਜਿਹੜੀ ਹੁਕਮ ਦੀ ਖੇਡ ਸੀ ਨਾ, ਉਹਨੂੰ ਛੱਡ ਦਿੱਤਾ, ਹੁਕਮ ਨੂੰ ਛੱਡ ਕੇ ਕਾਰਨ ਪਕੜ ਲਿਆ, ਹੁਕਮੇ ਨੂੰ ਨਹੀਂ ਸਮਝ ਪਾਏ। ਮਹਾਰਾਜ ਜੀ ਕਹਿੰਦੇ ਕੀ ਹੈ? ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਹੁਣ ਅਖੀਰਲੀ ਲਾਈਨ ਦੇ ਵਿੱਚ ਨਾ ਤੱਤ ਦੇਤਾ, ਕਹਿੰਦੇ ਆ ਜਿਹੜੀਆਂ ਉੱਪਰ ਮੱਤਾਂ ਨੇ, ਮੱਤੀ ਜਿਹੜੀਆਂ ਮੱਤਾਂ, ਜੋ ਆ ਸਾਰਾ ਕੁਝ ਸਾਨੂੰ ਦੱਸਿਆ ਗਿਆ, ਹੋਰ ਮੱਤਾਂ ਨੇ, ਅਨਮੱਤਾਂ ਨੇ, ਮੱਤ ਵਿੱਚੋਂ ਪ੍ਰਗਟ ਹੁੰਦਾ ਨਾ ਸਭ ਕੁਝ ਜੋ ਵੀ ਹੁੰਦਾ। ਮੱਤ ਮਾੜੀ ਹੈ, ਮੱਤ ਮਾਰੀ ਹੋਈ ਹੈ, ਤੇ ਮਾੜੇ ਕਰਮ ਪ੍ਰਗਟ ਹੋਣਗੇ। ਬੁੱਧੀ ਭ੍ਰਿਸ਼ਟ ਹੋ ਗਈ, ਭ੍ਰਿਸ਼ਟਾਚਾਰ ਪੈਦਾ ਹੋਏਗਾ। ਮੱਤ ਚੰਗੀ ਹੋ ਗਈ, ਮੱਤ 'ਚ ਗਿਆਨ ਆ ਗਿਆ, ਮੱਤ ਗੁਰਮੱਤ ਵੱਲ ਚੱਲ ਪਈ, ਤੇ ਗੁਣ ਪ੍ਰਗਟ ਹੋਣਗੇ। ਗੱਲ ਤੇ ਸਾਰੀ ਮੱਤ ਤੇ ਖੜੀ ਹੈ। ਉਹ ਕਹਿੰਦੇ ਮੱਤੇ, ਅਨਮੱਤ, ਹੋਰ ਮੱਤ, ਮਨ ਮੱਤ, ਜਿੰਨੀ ਵੀ ਹੈ ਮਿੱਥਿਆ, ਆ ਸਾਰਾ ਕੁਝ ਮਿੱਥਿਆ। ਮਿੱਥਿਆ ਦਾ ਅਰਥ ਹੁੰਦਾ ਝੂਠ, ਬੇਅਰਥ, ਫੋਕਟ, ਵੇਸਟੇਜ, ਆ ਸਾਰਾ ਕੁਝ ਵੇਸਟ ਹੈ ਜੇ ਕਰਮ ਸੱਚਾ ਨਿਸ਼ਾਨ ਸਾਡੇ ਜੀਵਨ ਵਿੱਚ ਨਹੀਂ ਆਇਆ। ਕਰਮ ਦਾ ਅਰਥ ਹੈ ਕਿਰਪਾ, ਬਖਸ਼ਿਸ਼। ਨਿਸ਼ਾਨ ਦਾ ਅਰਥ ਹੁੰਦਾ ਪ੍ਰਵਾਨਗੀ ਦੇ ਦੇਣੀ, ਪਰਵਾਨਾ, ਮੋਹਰ, ਸਟੈਂਪ ਲਾ ਦੇਣੀ। ਜੇ ਬਖਸ਼ਿਸ਼ ਤੇ ਸਟੈਂਪ ਸੱਚੇ ਵੱਲੋਂ ਨਾ ਮਿਲੇ ਤਾਂ ਮਹਾਰਾਜ ਕਹਿੰਦੇ ਮੱਤੇ ਮਿੱਥਿਆ, ਸਾਰਾ ਕੁਝ ਤੇਰਾ ਮਿੱਥਿਆ ਹੋ ਗਿਆ, ਵਿਅਰਥ ਹੋ ਗਿਆ, ਕੁਝ ਪੱਲੇ ਨਹੀਂ ਪਿਆ ਤੇਰੇ। ਭਾਵੇਂ ਤੇਰੀਆਂ ਨੇਕੀਆਂ ਲੱਖਾਂ ਨੇ, ਚੰਗਿਆਈਆਂ ਲੱਖਾਂ ਨੇ, ਪੁੰਨ ਲੱਖ ਨੇ, ਗਿਆਨ ਧਿਆਨ ਪਾਠ ਪ੍ਰਾਣ ਲੱਖ ਨੇ, ਮਹਾਰਾਜ ਕਹਿੰਦੇ ਕਰਮ ਸੱਚੇ ਨਿਸ਼ਾਨ ਤੋਂ ਬਿਨਾਂ ਸਭ ਝੂਠ ਹੋ ਜਾਏਗਾ, ਸਭ ਫੋਕਟ ਹੈ। ਪਰ ਦੁਨੀਆ ਵਿੱਚ ਕੀ ਹੈ? ਦੁਨੀਆ 'ਚ ਉਹੀ ਸੱਚ ਹੈ ਜੋ ਉੱਪਰ ਲਿਖਿਆ ਹੋਇਆ। ਦੁਨੀਆ ਤਾਂ ਉਹਨੂੰ ਸੱਚ ਮੰਨ ਕੇ ਚੱਲਦੀ ਹੈ ਨਾ। ਹੁਣ ਇਹ ਫਰਕ ਆਪਾਂ ਸਮਝੀਏ। ਹੁਣ ਇਹ ਗੱਲ ਕਿਉਂ ਕਹੀ ਵੀ ਸਾਰਾ ਕੁਝ ਕਿਉਂ ਵਿਅਰਥ ਹੈ, ਮੱਤੇ ਮਿੱਥਿਆ ਕਿਉਂ ਹੈ, ਇਹ ਸਾਰਾ ਕੁਝ ਝੂਠ ਕਿਉਂ ਹੈ? ਇਹ ਸਾਰਾ ਜੋ ਮੱਤ, ਜਿਹੜੀ ਮੱਤ 'ਚੋਂ ਪ੍ਰਗਟ ਹੋਇਆ ਹੈ, ਜੋ ਮੱਤ ਇੱਥੇ ਦਿੱਤੀ ਗਈ ਹੈ, ਜੋ ਮੱਤਾਂ ਐਸੀਆਂ ਗੱਲਾਂ ਕਰਦੀਆਂ ਨੇ, ਉਹ ਸਾਰਾ ਮਿੱਥਿਆ ਹੈ। ਕਿਉਂ ਕਿਹਾ? ਗੁਰਬਾਣੀ ਵਿੱਚ ਜਿਹੜੀ ਮਹਾਨਤਾ ਦੱਸੀ ਗਈ ਹੈ ਨਾ, ਗੁਰਮਤਿ ਦੇ ਘਰ ਵਿੱਚ, ਉਹ ਮਾਨਤਾ ਕੀ ਹੈ, ਵੈਲਿਊ ਕੀ ਹੈ, ਵੈਲਿਊਏਬਲ ਵਸਤੂ ਕੀ ਹੈ, ਪ੍ਰੋਡਕਟ ਕੀ ਹੈ ਵੈਲਿਊਏਬਲ, ਉਹ ਕਹਿੰਦੇ ਉਹ ਹੈ ਨਾਮ। ਨਾਨਕ ਕਹਿ ਕਰ ਕੇਵਲ ਨਾਮ। ਇਸ ਘਰ ਦੇ ਵਿੱਚ ਹਮੇਸ਼ਾ ਜਦੋਂ ਵਡਿਆਈ ਕੀਤੀ ਗਈ ਤੇ ਉਹ ਨਾਮ ਦੀ ਕੀਤੀ ਗਈ, ਗੱਲ ਕੀਤੀ ਗਈ ਨਾਮ ਦੀ ਕੀਤੀ ਗਈ, ਵਸਤੂ ਮੰਗੀ ਗਈ ਤੇ ਨਾਮ ਮੰਗੀ ਗਈ, ਜੋ ਕਿ ਦਿੱਤੀ ਵੀ ਗਈ ਤੇ ਨਾਮ ਦਿੱਤਾ ਗਿਆ। ਨਾਮ ਦਾ ਅਰਥ ਹੈ ਗਿਆਨ, ਨਾਮ ਦਾ ਅਰਥ ਹੈ ਉਪਦੇਸ਼, ਨਾਮ ਦਾ ਅਰਥ ਹੈ ਸਿੱਖਿਆ, ਨਾਮ ਦਾ ਅਰਥ ਹੈ ਸੱਚ, ਨਾਮ ਦਾ ਅਰਥ ਹੈ ਹੁਕਮ। ਹੁਣ ਇੱਥੋਂ ਤੋਂ ਮਿਲਣਾ ਸੀ ਸਾਨੂੰ ਨਾਮ, ਪਰ ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਹੁਣ ਨਾਮ ਦੀ ਗੱਲ ਉੱਥੇ ਕਿਤੇ ਵੀ ਨਹੀਂ ਆਈ। ਨਾਮ ਦੇ ਵਿੱਚ ਇਹਦਾ ਇੱਕ ਸ਼ਬਦ ਹੈ, ਬੜਾ ਪਿਆਰਾ ਸ਼ਬਦ ਹੈ। ਉਹ ਕਹਿੰਦੇ ਅਸਮੇਧ ਜਗਨੇ, ਭਗਤ ਨਾਮਦੇਵ ਜੀ, ਅਸਮੇਧ ਜਗਨੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ।
ਅਸ਼ਮੇਧ ਜਗ ਨੇ, ਕੋਈ ਬੰਦਾ ਅਸ਼ਮੇਧ ਜਗ ਕਰੇ। ਅਸ਼ਮੇਧ ਜਗ ਕਹਿੰਦੇ ਨੇ ਘੋੜਿਆਂ ਦਾ, ਘੋੜੇ ਮਾਰ ਕੇ ਉਹਨਾਂ ਦੀਆਂ ਬਲੀਆਂ ਦੇ ਕੇ ਉਹ ਜਦੋਂ ਮਾਸ ਖਵਾਇਆ ਜਾਂਦਾ ਸੀ ਉਹਨੂੰ ਅਸ਼ਮੇਧ ਜਗ ਕਹਿੰਦੇ ਸੀ। ਐਸੇ ਜਗ ਹੁੰਦੇ ਰਹੇ ਨੇ, ਘੋੜਿਆਂ ਦੀ ਬਲੀ ਤੇ ਇੱਕ ਜਗ ਕਰਨਾ। ਤੁਲਾ ਪੁਰਖ ਦਾਨੇ, ਤੁਲਾ ਦਾ ਅਰਥ ਹੈ ਤੱਕੜੀ, ਪੁਰਖ ਬੰਦਾ, ਦਾਨੇ ਦਾ ਅਰਥ ਹੈ ਦਾਨ ਕਰੇ। ਕੋਈ ਬੰਦਾ ਆਪਣੇ ਬਰਾਬਰ ਤੋਲ ਕੇ ਦਾਨ ਪੁੰਨ ਕਰੇ, ਸੋਨਾ ਦਾਨ ਕਰੇ, ਚਾਂਦੀ ਦਾਨ ਕਰੇ, ਆਪਣੇ ਭਾਰ ਦੇ ਬਰਾਬਰ। ਵੈਸੇ ਐਸਾ ਪੁਰਖ ਮੈਨੂੰ ਨਹੀਂ ਲੱਗਦਾ ਆਪਾਂ ਨੇ ਚੋਂ ਕਿਸੇ ਨੇ ਵੇਖਿਆ ਹੋਏਗਾ, ਸੁਣੇ ਹੋ ਸਕਦਾ, ਦੇਖਿਆ ਨਹੀਂ ਹੋਣਾ ਸੀ ਆਪਣੀ ਜ਼ਿੰਦਗੀ 'ਚ, ਜਿਹਨੇ ਆਪਣੇ ਭਾਰ ਦੇ ਬਰਾਬਰ ਸੋਨਾ ਤੋਲ ਕੇ ਦਿੱਤਾ ਹੋਵੇ ਜਾਂ ਲਿਆ ਹੋਵੇ। ਹਾਂ, ਕਿਤੇ ਕਿਤੇ ਦੇਖਦੇ ਹੁੰਦੇ ਆ ਰਾਜਨੀਤੀ ਦੇ ਵਿੱਚ ਕਿਸੇ ਨੂੰ ਲੱਡੂਆਂ ਨਾਲ ਤੋਲ ਦਿੰਦੇ ਨੇ, ਕਿਸੇ ਨੂੰ ਨੋਟਾਂ ਨੋਟਾਂ ਨਾਲ ਤੋਲ ਦਿੰਦੇ ਨੇ। ਮਹਾਰਾਜ ਕਹਿੰਦੇ ਪਰ ਦੇਣਾ ਲੈਣਾ ਨਹੀਂ, ਦੇਣਾ ਸੋਨਾ ਦੇਣਾ ਆਪਣੇ ਭਾਰ ਦੇ ਬਰਾਬਰ। ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ, ਤੇ ਉਹ ਤੋਂ ਬਾਅਦ ਫਿਰ ਉਹ ਪ੍ਰਯਾਗ ਦਾ ਇਸ਼ਨਾਨ ਕਰੇ, ਧਾਰਮ ਤੀਰਥ ਦਾ ਇਸ਼ਨਾਨ ਕਰੇ ਜਾ ਕੇ। ਤਉ ਨਾ ਪੂਜੈ ਹਰ ਕੀਰਤੀ ਨਾਮਾ, ਤਾਂ ਵੀ ਇਹ ਸਾਰਾ ਕੁਝ ਹਰੀ ਨਾਮ ਦੀ ਕੀਰਤੀ ਦੇ ਬਰਾਬਰ ਨਹੀਂ ਪਹੁੰਚ ਸਕਦਾ। ਤਾਂ ਕਿਹਾ ਨਾਨਕ ਕਹਿ ਕਰਕੇ ਬਲਾ ਇੱਥੇ ਵੈਲਿਊ ਨਾਮ ਦੀ ਹੈ। ਅਸ਼ਮੇਧ ਜਗ ਕੀਜੈ, ਸੋਨਾ ਗਰਭ ਦਾਨ ਦੀਜੈ, ਰਾਮ ਨਾਮ ਸਰ ਤਉ ਨਾ ਪੁਜੈ, ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ, ਹਰ ਕਾ ਨਾਮ ਨਿਤ ਨਿਤਾ ਲੀਜੈ। ਇਹ ਵੀ ਨਾਮਦੇਵ ਜੀ ਦਾ ਸ਼ਬਦ ਹੈ। ਇੱਥੇ ਗੱਲ ਹੀ ਨਾਮ ਦੀ ਹੈ। ਤਾਂ ਮਹਾਰਾਜ ਨੇ ਕਿਹਾ, ਕਹਿੰਦੇ ਇਹ ਜਿੰਨਾ ਚਿਰ, ਹੁਣ ਦੇਖੋ ਅਸੀਂ ਭਾਵੇਂ ਲੱਖ ਕਥਾ ਕੀਰਤਨ ਕਰ ਰਹੇ ਹਾਂ, ਸੁਣ ਰਹੇ ਹਾਂ, ਸੇਵਾ ਕਰਦੇ ਹਾਂ, ਉੱਠ ਰਹੇ ਹਾਂ, ਸਵੇਰ ਤੋਂ ਲੈ ਕੇ 2 ਵਜੇ ਉੱਠਦਾ, ਕੋਈ 4 ਵਜੇ ਉੱਠਦਾ, ਕੋਈ 5, ਕੋਈ 7, ਜੋ ਵੀ ਹੈ। ਫਿਰ ਉਸ ਤੋਂ ਬਾਅਦ ਉਹਨੂੰ ਹੁੰਦਾ ਮੈਂ ਸਭ ਤੋਂ ਪਹਿਲਾਂ ਗੁਰੂ ਘਰ ਜਾਵਾਂ, ਮੰਦਿਰ ਜਾਵਾਂ, ਉੱਥੇ ਜਾ ਕੇ ਕੁਝ ਦਾਨ ਪੁੰਨ ਕਰਦਾ, ਕੋਈ ਸੇਵਾ ਕਰਦਾ, ਫਿਰ ਉਹ ਆ ਕੇ ਦਿਨ 'ਚ ਵੀ ਕੁਛ ਆਪਣੇ ਆਚਾਰ ਵਿਹਾਰ ਕਰਦਾ, ਚੰਗੇ ਕਰਮ ਕਰਨ ਦੀ ਕੋਸ਼ਿਸ਼ ਕਰਦਾ। ਪਰ ਮਹਾਰਾਜ ਕਹਿੰਦੇ ਸਾਰਾ ਕੁਝ ਤੇ ਤੂੰ ਕਰਦਾ ਹੈ, ਚੰਗੀ ਗੱਲ ਹੈ, ਪਰ ਜੇ ਉਹਦੀ ਬਖਸ਼ਿਸ਼ ਦੇ ਸਟੈਂਪ ਹੀ ਨਾ ਲੱਗੀ ਤੇ ਵੈਲਿਊ ਕੀ ਰਹਿ ਗਈ? ਨੋਟ ਭਾਵੇਂ ਤੁਸੀਂ 50,000 ਦਾ ਬਣਾ ਲਓ, 50 ਲੱਖ ਦਾ ਨੋਟ ਬਣਾ ਲਓ, ਜੇ ਕਿਸੇ ਦੇਸ਼ ਦੀ ਸਟੈਂਪ ਹੀ ਨਹੀਂ, ਉਹਦੀ ਵੈਲਿਊ ਕੀ? ਕਾਗਜ਼ ਹੈ, ਕਾਗਜ਼ ਹੀ ਇੱਕ ਹੋਰ ਕੀ ਹੈ। ਅਖਬਾਰ ਇਤਨਾ ਵੱਡਾ ਹੁੰਦਾ ਹੈ, ਨੋਟ ਇਤਨਾ ਕੁ ਹੁੰਦਾ ਹੈ, ਵੈਲਿਊ ਕਿਹਦੀ ਜ਼ਿਆਦਾ ਹੈ? ਨੋਟ ਦੀ ਕਿਉਂ ਜ਼ਿਆਦਾ? ਕਿਉਂਕਿ ਸਟੈਂਪ ਲੱਗੀ ਹੈ, ਨਿਸ਼ਾਨ ਹੈ ਗਵਰਨਮੈਂਟ ਦਾ। ਅਸੀਂ ਸਫ਼ਰ ਕਰ ਰਹੇ ਹਾਂ, ਅਸੀਂ ਮੰਨ ਲਓ ਇੱਕ ਦੇਸ਼ ਤੋਂ ਦੂਸਰੇ ਦੇਸ਼ ਗਏ, ਅਸੀਂ ਆਪਣੇ ਘਰੋਂ ਤੁਰਨੇ, ਮੰਨ ਲਓ ਅਮਰੀਕਾ ਜਾਣਾ, ਤੁਸੀਂ ਸਭ ਕੁਝ ਕਰ ਲਿਆ, ਤੁਸੀਂ ਅਮਰੀਕਾ ਤੱਕ ਪਹੁੰਚ ਗਏ। ਹੁਣ ਅਮਰੀਕਾ ਤੱਕ ਪਹੁੰਚਣ ਵਾਸਤੇ ਯਤਨ ਘੱਟ ਨਹੀਂ ਹੋਇਆ। ਅਮਰੀਕਾ ਤੱਕ ਪਹੁੰਚਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਇੱਥੋਂ ਯਤਨ ਸ਼ੁਰੂ ਕੀਤਾ ਸੀ, ਕਾਗਜ਼ ਪੱਤਰ ਤਿਆਰ ਕੀਤੇ, ਬੈਂਕ ਬੈਲੈਂਸ ਤਿਆਰ ਕੀਤਾ, ਬੜੀ ਦੌੜ ਭੱਜ ਕੀਤੀ, ਫਿਰ ਅਪਲਾਈ ਕੀਤਾ, ਅਪਲਾਈ ਕਰਨ ਲੱਗੇ 20-25 ਹਜ਼ਾਰ ਭਰੇ ਆ, ਦਿੱਲੀ ਗਏ, ਦਿੱਲੀ ਜਾ ਕੇ ਰਾਤਾਂ ਕੱਟੀਆਂ, ਉੱਥੇ ਫੋਟੋ ਸਟੈਂਪ ਹੋਈ, ਅੰਬੈਸੀ ਨੇ ਵੀਜ਼ਾ ਦੇ ਦਿੱਤਾ, ਵੀਜ਼ਾ ਦੇ ਦਿੱਤਾ। ਇੱਥੋਂ ਅਸੀਂ ਗਏ, ਏਅਰਪੋਰਟ ਗਏ, 6-7 ਘੰਟੇ ਏਅਰਪੋਰਟ ਦੇ ਲੱਗੇ, 2-4 ਘੰਟੇ ਉੱਥੇ ਬੈਠੇ, ਫਿਰ 15-18 ਘੰਟੇ ਦੀ ਫਲਾਈਟ ਪਕੜੀ। ਮਿਹਨਤ ਤਾਂ ਹੋਈ ਹੈ ਨਾ, ਐਫਰਟ ਕੀਤਾ ਗਿਆ, ਸਭ ਕੁਝ ਸਹੀ ਚੱਲ ਰਿਹਾ, ਸਾਡੀ ਆਪਣੀ ਪਲੈਨਿੰਗ ਦੇ ਮੁਤਾਬਿਕ ਚੱਲ ਰਿਹਾ। ਖੁਸ਼ੀ ਵੀ ਬੜੀ ਹੋ ਗਈ, ਵਾਹ ਵਾਹ ਮੈਨੂੰ ਤੇ ਅਮਰੀਕਾ ਦਾ ਵੀਜ਼ਾ ਮਿਲ ਗਿਆ ਜੀ, ਸਭ ਕੁਝ ਓਕੇ ਚੱਲ ਰਿਹਾ, ਬੜੀ ਖੁਸ਼ੀ ਹੈ। ਮੈਂ ਆ ਵੀ ਕੀਤਾ, ਮੇਰਾ ਵੀ ਕੰਮ ਸਫਲ, ਆ ਵੀ ਕਰ ਰਿਹਾ, ਵੀ ਸਫਲ, ਮੇਰੀ ਪਲੈਨਿੰਗ ਮੁਤਾਬਿਕ ਹੋ ਰਿਹਾ, ਮੇਰੀ ਖੁਸ਼ੀ ਮੁਤਾਬਿਕ ਹੋ ਰਿਹਾ। ਫਲਾਈਟ ਦੀ ਟਿਕਟ ਕਰਾ ਲਈ, ਬੜੇ ਆਰਾਮ ਨਾਲ ਉੱਥੇ ਪਹੁੰਚ ਗਏ, ਖਾਣਾ ਪੀਣਾ ਹੋਇਆ, ਫਲਾਈਟ 'ਚ ਉਤਰੇ, ਬਾਹਰ ਆ ਗਏ। ਬਟ ਜਦੋਂ ਹੁਣ ਪਾਸਪੋਰਟ ਉੱਥੇ ਪਹੁੰਚੇ, ਪਾਸਪੋਰਟ ਦਿੱਤਾ, ਉਹਨਾਂ ਨੇ ਕਹਿਤਾ ਵੀ ਨਾ, ਤੈਨੂੰ ਵੀਜ਼ਾ ਨਹੀਂ ਦੇਣਾ, ਸਟੈਂਪ ਨਹੀਂ ਲਾਈ, ਪ੍ਰਵਾਨਗੀ ਨਹੀਂ ਮਿਲੀ, ਅਮਰੀਕਾ ਤੇ ਡਿਪੋਰਟ ਕਰਤਾ। ਤੇ ਕੀ ਸਾਰਾ ਕੁਝ ਸੱਚੇ ਦੇ ਦਰ ਤੇ ਪ੍ਰਵਾਨ ਹੋਇਆ? ਸਾਡੇ ਨਾਲ ਇਹੀ ਕੁਝ ਹੋ ਰਿਹਾ ਹੈ, ਪਰ ਅਸੀਂ ਸਮਝ ਨਹੀਂ ਪਾ ਰਹੇ। ਸਾਨੂੰ ਧੁਰ ਦਰਗਾਹ ਤੋਂ ਡਿਪੋਰਟ ਕਰ ਦਿੱਤਾ ਜਾਂਦਾ ਹੈ। ਲੱਖ ਨੇਕੀਆਂ ਚੰਗਿਆਈਆਂ ਪੁੰਨਾ ਪ੍ਰਵਾਨ ਚੱਲ ਰਿਹਾ ਹੈ, ਕਰ ਰਹੇ ਆ, ਤੀਰਥਾਂ ਦਾ ਇਸ਼ਨਾਨ ਵੀ ਹੋ ਰਿਹਾ, ਧਰਮ ਕਰਮ ਵੀ ਹੋ ਰਹੇ ਨੇ, ਕਰਮ ਧਰਮ ਪਖੰਡ ਜੋ ਦਿਸੈ, ਇਹ ਸਾਰਾ ਕੁਝ ਚੱਲ ਰਿਹਾ, ਦਿਸਣ ਵਾਲੇ ਕਰਮ ਕਰ ਰਹੇ ਆ। ਪਰ ਅਸੀਂ ਇਹ ਭੁੱਲ ਜਾਂਦੇ ਵੀ ਬਖਸ਼ਿਸ਼ ਤੋਂ ਬਿਨਾਂ, ਨਿਸ਼ਾਨ ਤੋਂ ਬਿਨਾਂ, ਸੱਚ ਤੋਂ ਬਿਨਾਂ ਸੱਚਖੰਡ ਵਿੱਚ ਐਂਟਰੀ ਨਹੀਂ ਹੁੰਦੀ, ਉਹਦੇ ਦਰ ਤੇ ਪ੍ਰਵਾਨਗੀ ਨਹੀਂ ਹੈ। ਮੈਂ ਲੋਕਾਂ ਦੀਆਂ ਨਜ਼ਰਾਂ 'ਚ, ਦੁਨੀਆ ਦੀ ਨਜ਼ਰਾਂ 'ਚ ਲੱਖ ਚੰਗਾ ਬਣੀ ਜਾਵਾਂ, ਕੋਈ ਵੈਲਿਊ ਨਹੀਂ, ਉੱਥੇ ਤੇ ਮੈਂ ਜ਼ੀਰੋ ਆ। ਜੇ ਮੈਂ ਉੱਥੇ ਜ਼ੀਰੋ, ਇਹਦੀ ਵੈਲਿਊ ਕੋਈ ਨਹੀਂ ਹੈ। ਇਹ ਗੱਲ ਨੂੰ ਸਮਝਣਾ ਸੀ। ਅਸੀਂ ਇੱਥੇ ਚੰਗਾ ਬਣਨ ਦੀਆਂ ਲੱਖਾਂ ਕੋਸ਼ਿਸ਼ਾਂ ਕਰ ਰਹੇ ਹਾਂ, ਇੱਥੇ ਸੋਹਣੇ ਦਿਸਣ ਵਾਸਤੇ, ਸੁੰਦਰ ਦਿਸਣ ਵਾਸਤੇ ਬੜੇ ਯਤਨ ਹੋ ਰਹੇ ਨੇ, ਐਫਰਟ ਹੋ ਰਹੇ ਨੇ,
कॉस्मैटिक हो रहा भी दुनिया च चंगे लगी है, सोहने लगी है, बस प्रवान कर लैन लोग, साडे गुण गाउण। वो कहंदे ओहदियां नज़रां च प्रवान होना सिख, वो बख्शिश नाल होएगा, किसी कर्म नाल नहीं होएगा। सीधी गल है, तेरा कोई कर्म तेनों दी बख्शिश दा पात्र नहीं बना सकदा, जितना चिर तू कर्म करत होवे नेह कर्म नहीं हुंदा। गल ये है, कर्म करदिया भी नहीं कर्म होना पएगा भी पातशाह मैं नहीं कर रहा, तू करवा रहा मेरे राही, इत्थे तक पहुंचना पएगा। दुनिया नूं दिसदा मैं कर रहा है, पर मैनू ये पता भी मैनू तो तू करा रहा है। लोग कबीर कबीर तो कह रहे हैं, पर लोगों को की पता है भी कबीर का मरम राम पहचाना। लोग कहे कबीर बोराना, कबीर का मरम राम पहचाना, मेरा भेद ते तू जानदा है। इतने मेरे दिल नूं पता ना भी खेड तू वरताई हुई है, तो मैनू वो ज्ञान दे दिता, मेरे अंदर वो रोशनी पाती, वो चानन पाया कि क्या जानो कि छर किया भाई, कबीर कबीर हो गया। तू करवाया तां ही होया ना। अपने कर्म की गत मैं क्या जानो बाबा रे, मैं अपने कर्म की गत की जान सकदा। ते असीं हर कर्म नाल मैं जोड़ी बैठे, असीं कर्म चों बाहर ही नहीं निकलदे, मैं चों बाहर ही नहीं निकलदे, क्योंकि असीं कर्म करत होवे ने कर्म की अवस्था च नहीं पहुंचे। इस करके साडियां लखां नेकियां चंगियाइयां, दान पुण्य तीर्थ योग साधनावां, नितनेम उठना बैठना, पाठ कथा कीर्तन सेवा सिमरन सब महाराज कहते मिटे हो रहे हैं। हुण इहदा अर्थ ये नहीं सैकेंड पक्ष, इहदा दूसरा पक्ष ही है, ये कुछ करना नहीं हुण असीं हुण असीं गुरुद्वारे जाना छड्ड दईए, असीं पाठ करना छड्ड दईए, क्योंकि मनुखी सुभाव है भी डाउन च बहुत छेती चला जाता है, नैगेटिव बहुत छेती हो जाता है भी आ तो भाई साहब ने खुली छुट्टी दे दी, कुछ करने की लोड़ ही नहीं, फिर भरम खड़ा हो जाएगा। बस यही चीज समझनी है। बाणी कह रही है उद्यम करो, पर कदों करावो ठाकुर, जे ठाकुर कराए तां उद्यम करदा मैं, इहनूं समझना है। ठाकुर ने कराया तां कीता है, जे ठाकुर समर्था ही ना देवे किहड़ा उद्यम कर सकते हैं। अज कोई बंदा कह सकता जी मैं सवेरे 3 बजे उठ के जाना रोज गुरुद्वारे, अज तो 3:30 बजे इशनान कर लीदा, कई 2 बजे भी उठते हैं, कई 12 बजे वाले भी आना, कई सौंदे ही नहीं। सच्ची गल है, कई सौंदे ही नहीं। हम फिर जो गल करते ना उन्हां दी गल्लां चों इंज मैं सुनदा भी ये वो ये कहना चाहते ने भी गुरु साहब तो बाद कोई सिख होए तो नहीं होया। आही प्रॉब्लम है, बस आही प्रॉब्लम है, और कोई प्रॉब्लम नहीं। ਉਹਦਾ 12 ਵਜੇ 2 ਵਜੇ 3 ਵਜੇ 4 ਵਜੇ ਉੱਠਣਾ ਪਾਠ ਕਰਨਾ, महाराज कहते सब मिट्टी है। कबीर माया तजी तो क्या भया जाओ, मान तजिया नहीं जाए, मान मुनि मुनवर गले, मान सबे को खाए, ये सब नूं खा जांदा मान। आपां किस बाग दी मूली आ, मान ने वड्डे वड्डे ऋषि मुनि ने बख्शे जिन्हां दियां बड़ियां लंमियां साधनावां सन, बड़ियां कठिन साधनावां सन, असीं तो इतना कठिन कर ही नहीं रहे हले। ਉੱਥੇ ਪਤਾ ਨਹੀਂ ਕਿੰਨੇ ਕਿੰਨੇ ਦਿਨ ਲੰਮੀ ਸਾਧਨਾ ਭੁੱਖੇ ਵੀ ਰਹਿੰਦੇ ਸੀ, ਸਰੀਰ ਨੂੰ ਅਨੇਕ ਤਰ੍ਹਾਂ ਦਾ ਕਸ਼ਟ ਦਿੰਦੇ ਸੀ। ਅਸੀਂ ਤਾਂ ਕੁਝ ਕੀਤਾ ਹੀ ਨਹੀਂ ਹਲੇ, ਉਸ ਪੱਖ ਤੋਂ ਅਸੀਂ ਬਹੁਤ ਪਿੱਛੇ ਆ, ਸਾਡੇ ਨਾਲੋਂ ਉਸ ਪੱਖ 'ਚ ਬਹੁਤ ਅੱਗੇ ਨੇ। ਭੁੱਖ ਉਹ ਬਰਦਾਸ਼ਤ ਕਰ ਲੈਂਦੇ ਸੀ, ਗਰਮੀ ਸਰਦੀ ਉਹ ਬਰਦਾਸ਼ਤ ਕਰ ਲੈਂਦੇ ਸੀ, ਨੀਂਦ ਉਨੀਂਦਰਾ ਜਾਗਣਾ ਕਈ ਕਈ ਦਿਨ ਲਗਾਤਾਰ ਜਾਗਣਾ ਨਾ ਸੋਣਾ, ਉਹ ਸਾਰਾ ਕੁਝ ਕਰ ਲੈਂਦੇ ਸੀ। ਆਪਾਂ ਤਾਂ ਕੁਝ ਵੀ ਨਹੀਂ ਕਰ ਸਕਦੇ, ਪਰ ਫਿਰ ਵੀ ਮਾਣ ਜ਼ਿਆਦਾ। ਬਸ ਸਮੱਸਿਆ ਮਾਣ ਦੀ ਹੈ। महाराज कहते उहदे कर्म उहदे सच्चे निशान तो बिना कुछ भी नहीं हुंदा, परवान नहीं हुंदा, तू लख यतन करदा रहे। जतन करो जे होई मेहरबाना, गुरु साहब तय कह रहा, कहते मैं तो जतन भी तां करदा, मेरा जतन तां हुंदा जो मेहरबान हुंदा ठाकुर अंदरला, जेड़ा अंदर ठाकुर बैठा ना, अंदर देव है जेड़ा, वो मेहरबान हुंदा, वो उद्यम बख्शदा। तां मेरा तो अलार्म लाया भी रह जांदा ते फिर बंद करके सौ जाना, पर जो वो उठांदा वो भी जो समझ ले भी नहीं मैं नहीं जी, वो उठा रहा है, मैं नहीं जाता वो ले जा रहा है, मैं नहीं करता वो करा रहा है। ये भाव लगातार मन के अंदर बिठाना है, इनू समझना है, पहरा देना है, ये चो बाहर नहीं जाना, इसका प्रगटावा भी नहीं करना। इत्थों फिर हौली 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 सूक्ष्म रूप से जी बीमारी जिवें शरीर च पनपदी सी ना, मन च जी पनप रही है, हौली हौली घटनी घटनी घटती 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 जीरो हो जाए, खत्म हो जाएगी। उत्थे उन्हें पता लगता है कर्म सच्चे निशान की खेड सी, असल मेरी है ही नहीं सी। तां कबीर जी ने कह रहे मेरा मुझ में कुछ नहीं,
ਕਹਿੰਦੇ ਜਦੋਂ ਕਰਮ ਸੱਚਾ ਨਿਸ਼ਾਨ ਤੱਕ ਪਹੁੰਚਿਆ ਨਾ, ਉਹਦੀ ਬਖਸ਼ਿਸ਼ ਹੋਈ, ਉਹਦੀ ਕਿਰਪਾ ਹੋਈ, ਉਹਨੇ ਆਪਣੀ ਮੋਹਰ ਲਾ ਕੇ ਪ੍ਰਵਾਨਗੀ ਦਿੱਤੀ, ਤਾਂ ਉਹਦੇ ਦਰ ਤੇ ਪ੍ਰਵਾਨ ਹੋਇਆ। ਉਹ ਤੋਂ ਪਹਿਲਾਂ ਕੇਵਲ ਮਾਨ ਅਭਿਮਾਨ ਹੁੰਦਾ, ਹੋਰ ਕੁਝ ਵੀ ਨਹੀਂ ਹੁੰਦਾ। ਕੇਵਲ ਮਾਨ ਚੱਲ ਰਿਹਾ ਸਾਡੇ ਮਨ ਚ, ਹੋਰ ਕੁਝ ਨਹੀਂ ਚੱਲਦਾ। ਨਾਮ ਨਹੀਂ ਚੱਲ ਰਿਹਾ, ਮਾਨ ਚੱਲ ਰਿਹਾ। ਨਾਮ ਮਾਨ ਵਰਡ ਦੋ ਹੀ ਨੇ, ਅੱਗੇ ਪਿੱਛੇ ਹੋਏ ਹੋਏ ਨੇ। ਨਾਮ ਤੇ ਮਾਨ, ਮਾਂ ਔਰ ਨਾ ਅੱਗੇ ਪਿੱਛੇ ਹੋਏ ਹੋਏ ਨੇ। ਇਹਨਾਂ ਨੂੰ ਸੈੱਟ ਕਰਨਾ, ਬਸ ਪੁੱਠੇ ਹੋਏ ਨੂੰ ਸਿੱਧੇ ਕਰੋ। ਮਾਨ ਨੂੰ ਨਾਮ ਚ ਡਾਇਵਰਟ ਕਰਨਾ। ਮਾਂ ਹਉਮੈ, ਅਹੰਕਾਰ, ਈਗੋ ਜਿਹੜਾ ਅੱਗੇ ਹੈ ਨਾ, ਉਹਨੂੰ ਪਿੱਛੇ ਲੈ ਕੇ ਜਾਣਾ ਹੈ। ਬਸ ਆਹੀ ਕਰਮ ਕਰਨਾ ਆਪਾਂ ਨੇ। ਮਾਨ ਨੂੰ ਪੁੱਠਾ ਕਰ ਦੋ, ਉਹ ਨਾਮ ਬਣ ਜਾਏਗਾ। ਮਾਨ ਨੂੰ ਪੁੱਠਾ ਕਰਨਾ, ਆਪਣੇ ਮਨ ਜਿਹੜਾ ਪੁੱਠਾ ਹੋਇਆ ਇਹਨੂੰ ਅਸਲ ਚ ਸਿੱਧਾ ਕਰਨਾ ਹੈ। ਇਹਨੂੰ ਜਦੋਂ ਪੁੱਠਾ ਕਰਾਂਗੇ ਨਾ, ਮਾਇਆ ਵੱਲੋਂ ਆਪੇ ਸਿੱਧਾ ਹੋ ਜਾਏਗਾ। ਨਾਨਕ ਮੱਤੀ ਮਿੱਥਿਆ, ਆਹ ਮੱਤਾਂ ਨੇ ਜਿਹੜੀਆਂ ਸਾਨੂੰ ਐਸੇ ਪਾਠ ਪੜਾਉਂਦੀਆਂ ਨੇ, ਐਸੇ ਕਰਮ ਕਾਂਡਾਂ ਵਿੱਚ ਪ੍ਰੇਰਿਤ ਕਰਦੀਆਂ ਨੇ, ਮਿੱਥਿਆ ਨੇ, ਇਹ ਸਭ ਝੂਠ ਹੈ। ਕਰਮ ਸੱਚਾ ਨਿਸ਼ਾਨ, ਕੇਵਲ ਉਹਦਾ ਨਿਸ਼ਾਨ, ਉਹਦਾ ਪਰਵਾਨਾ, ਉਹਦੀ ਮੋਹਰ, ਉਹਦੀ ਬਖਸ਼ਿਸ਼ ਸੱਚੀ ਹੈ। ਉਹ ਜੀਤੇ ਹੋ ਜਾਏ, ਉਹ ਉਹਦੇ ਦਰ ਤੇ ਪ੍ਰਵਾਨ ਹੁੰਦਾ। ਉਹਨੂੰ ਕਿਹਾ ਪੰਜ ਪ੍ਰਵਾਨ। ਉਹ ਪੰਜ ਹੁੰਦਾ ਤੇ ਪ੍ਰਵਾਨ ਹੁੰਦਾ। ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ। ਉਹ ਮਾਨ ਪਾਉਣਾ ਸੀ ਜਿਹੜਾ ਸਾਨੂੰ ਦਰਗਾਹ ਦੇ ਵਿੱਚ ਮਿਲੇ। ਅਸੀਂ ਦਰਗਾਹੀ ਮਾਨ ਤੋਂ ਤਾਂ ਛੱਡ ਬੈਠੇ, ਸੰਸਾਰੀ ਮਾਨ ਮਗਰ ਦੁਨੀਆ ਭੱਜ ਰਹੀ ਹੈ। ਦਰਗਾਹੀ ਮਾਨ ਦਾ ਚਿੱਤ ਹੀ ਨਹੀਂ। ਅੱਜ ਕਿਤੇ ਵੀ ਨੋਟ ਕਰੋ ਤੁਸੀਂ, ਜਿੱਥੇ ਗੱਲ ਹੋ ਰਹੀ ਹੈ ਸੰਸਾਰੀ ਮਾਨ ਦੀ ਹੋ ਰਹੀ ਹੈ, ਦਰਗਾਹੀ ਮਾਨ ਦੀ ਕਿਤੇ ਗੱਲ ਨਹੀਂ ਹੋ ਰਹੀ। ਹਰ ਬੰਦਾ ਸੰਸਾਰੀ ਵਡਿਆਈ, ਸੰਸਾਰੀ ਚੌਧਰ, ਸੰਸਾਰੀ ਕੁਰਸੀ, ਸੰਸਾਰੀ ਸੱਤਾ, ਸੰਸਾਰੀ ਪ੍ਰਭਤਾ, ਇਹਦੇ ਪਿੱਛੇ ਦੌੜ ਰਿਹਾ ਹੈ। ਜਦ ਕਿ ਇਹਨੂੰ ਬਾਣੀ ਝੂਠਾ ਮੰਨਦੀ ਹੈ। ਇਹ ਸਦੀ ਵੀ ਨਹੀਂ ਹੈ, ਥੋੜ ਚਰੀ। ਹੁਣ ਦੇਖੋ ਇੱਕ ਹੋਰ ਪੰਕਤੀ ਆਪਣੇ ਕੋਲ ਜਪਜੀ ਸਾਹਿਬ ਚ ਕੀ ਲਿਖਿਆ ਮਹਾਰਾਜ ਨੇ। ਸਮਾਂ ਘੱਟ ਰਿਹਾ, ਬੇਨਤੀ ਸਾਰਿਆਂ ਨੂੰ ਤੁਰੰਤ ਨਾਲ ਹੀ ਰੀਜਨ ਕਰ ਲਿਓ। ਬਹੁਤ ਕੀਮਤੀ ਪੰਕਤੀ ਮੇਰੇ ਯਾਦ ਆ ਗਈ, ਮੈਂ ਬਾਅਦ ਵਿੱਚ ਆਪ ਜੀ ਨਾਲ ਅਗਲੇ ਚੈਪਟਰ ਚ ਲੈਣਾ, ਤੇ ਸਮਾਂ ਖਤਮ ਹੋ ਰਿਹਾ। ਰੀਜਨ ਕਰਿਓ ਇਹਨੂੰ, ਆਪਾਂ ਥੋੜਾ ਜਿਹਾ ਹੋਰ ਇਹਨੂੰ ਖੋਲਦੇ ਹਾਂ। ਅਗਲੇ ਸੈਸ਼ਨ ਤੋਂ ਬਾਅਦ ਆਪਾਂ ਫਿਰ ਇੱਥੇ ਇਹਨੂੰ ਸਮਾਪਤੀ ਕਰਾਂਗੇ। ਤੁਹਾਨੂੰ ਹੋਰ ਗੱਲ, ਨਵਾਂ ਖੰਡਾਂ ਵਿੱਚ ਜਾਣੀਆਂ, ਨਾਲ ਚੱਲੇ ਸਭ ਕੋਏ, ਚੰਗਾ ਨਾ ਰਖਾਏ ਕੈ ਜਸ ਕੀ ਅਗਲੇ। ਜੇ ਇਹਨੂੰ ਅਲੱਗ ਕਰ ਦਿਓ, ਜੇ ਤੁਸੀਂ ਨਹੀਂ ਪੜ੍ਹਨਾ, ਜੇ ਅਲੱਗ, ਜੇ ਸਟਾਪ, ਥੋੜਾ ਜਿਹਾ ਸਪੇਸ ਦਿਓ। ਜੇ ਇਸ ਨਜ਼ਰ ਨਾ ਆਵੇ ਤਾਂ ਕੀ ਹੋਇਆ ਫਿਰ? ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਨਦਰ ਤੋਂ ਬਿਨਾ ਤੇਰੀ ਸੱਚੇ ਦਰ ਤੇ ਨੇ। ਬਾਤ ਤੱਕ ਨਹੀਂ ਪੁੱਛਣੀ। ਬਾਤ ਪ੍ਰਧਾਨ ਮੰਤਰੀ ਸੀ ਤੂੰ, ਚੀਫ ਮਿਨਿਸਟਰ ਸੀ ਤੂੰ, CMC PMC GMC ਸੀ, ਕੋਈ ਮਾਇਨੇ ਨਹੀਂ। ਡੋਂਟ ਕੇਅਰ ਕਿ ਤੈਨੂੰ ਕੋਈ ਉੱਥੇ ਪੁੱਛੇਗਾ, ਤੇਰੀ ਦੁਆ ਸਲਾਮ ਕਰੇਗਾ, ਤੈਨੂੰ ਕੋਈ ਉੱਥੇ ਪਾਣੀ ਪੁੱਛੇਗਾ, ਚਾਹ ਪੁੱਛੇਗਾ। ਕਹਿੰਦੇ ਬਾਤ ਵੀ ਨਹੀਂ ਪੁੱਛਣੀ। ਕੀ ਕਹਿੰਦੇ ਤੈਨੂੰ 4 ਜੁੱਗਾਂ, ਤੇਰੀ ਉਮਰ 4 ਜੁੱਗ ਜਾਵੇ। ਪਹਿਲੀ ਗੱਲ, ਜੇ ਜੁੱਗ 4000 ਜਾਂ ਹੋਰ ਤੁਸੀਂ ਹੋਏ, 10 ਗੁਣਾ ਹੋਰ ਹੋ ਜਾਏ। ਨਵਾਂ ਖੰਡਾਂ ਵਿੱਚ ਜਾਣੀ, ਇੱਕ ਦੇਸ਼ ਦੇ ਵਿੱਚ ਨਹੀਂ, ਸਹੀ ਧਰਤੀ ਤੇ ਨਹੀਂ, 9 ਖੰਡਾਂ ਚ ਤੇਰੀ ਜਾਣ ਪਛਾਣ ਹੁੰਦਾ, ਵੱਡਾ ਤੇਰਾ ਨਾਮ ਹੋਵੇ। ਨਾਲ ਚੱਲੇ ਸਭ ਕੁਝ, ਸਾਰੀ ਦੁਨੀਆ ਨਾਲ ਤੁਰੀ ਫਿਰੇ, ਤੇਰੇ ਅੰਦਰ ਹੋਵੇ, ਡਰ ਪਹੁੰਚ ਹੋਵੇ, ਨਾਲ ਚੱਲੇ ਸਭ ਕੋਈ। ਨਾਮ ਰਖਾਏ ਕਰ ਦੁਨੀਆ ਚ ਚੰਗਾ ਨਾਂ ਰਖਾ ਲਿਆ। ਜਿਵੇਂ ਕਿ ਅਸੀਂ ਨਾ ਪੁੰਨਾ ਪ੍ਰਵਾਨ, ਦੁਨੀਆ ਚ ਪੁੰਨ ਪ੍ਰਵਾਨ ਕਰਾ ਲਿਆ, ਸੇਵਾ ਪ੍ਰਵਾਨ ਕਰਾ ਲਿਆ। ਖਤੋਂ ਧੱਕੇ ਨਾਲ ਬਕਰੇ ਕੌਮ ਲੈ ਲਿਆ ਜੀ। ਹਾਂਜੀ ਇਹਨਾਂ ਕੀਤੇ ਦੋ ਜੀ ਬਕਰੇ, ਧੱਕੇ ਨਾਲ ਹੀ ਲਿਆ ਸੀ ਨਾ ਉਹਨੇ, ਦੁਨੀਆ ਚ ਧੱਕੇ ਨਾਲ ਲੈ ਲਿਆ। ਨਾਲ ਚੱਲੇ ਸਭ ਕੁਝ, ਚੰਗਾ ਨਾਂ ਰਖਾਏ ਕੇ ਰਖਾ ਲਿਆ। ਮੈਂ ਬੜਾ ਚੰਗਾ, ਮੈਂ ਵੱਡਾ ਬੰਦਾ। ਜਸ ਕੀਰਤੀ ਜਗ ਲੈ, ਸਾਰੇ ਜਗ ਆਪਣੇ ਕੀਰਤੀ ਵੀ ਲੈ ਲਈ, ਕੀਰਤੀ ਕਰਾ ਲਈ, ਸ਼ੋਭਾ ਕਰਾ ਲਈ, ਜਿੰਦਾਬਾਦ ਦੇ ਨਾਰੇ ਲਵਾ ਲਏ, ਸਾਰੀ ਦੁਨੀਆ ਚ ਆਪਣੀਆਂ ਫਲੈਕਸਾਂ ਲਵਾ ਲਈਆਂ, ਸਾਰੇ ਚੈਨਲ ਵੀ ਆਪਣੇ ਕਬਜ਼ੇ ਚ ਕਰ ਲਏ ਜਿਵੇਂ ਅੱਜ ਕੀਤੇ ਹੋਏ ਨੇ। ਪਰ ਹੁਣ ਉਹ ਕਹਿੰਦੇ ਵੀ ਇੱਕ ਲੱਖ ਨੇਕੀਆਂ, ਲੱਖਾਂ ਨੇਕੀਆਂ ਚੰਗੀਆਂ ਕਹਿ ਲਓ, ਅਰਬਾਂ ਕਹਿ ਲਓ, ਪਰ ਇੱਕ ਰਹਿ ਗਈ, ਉਹ ਮਿਲੀ ਨੀ, ਕੀ ਨਜ਼ਰ ਨਹੀਂ ਮਿਲੀ, ਉਹਦੀ ਕਿਰਪਾ ਨਹੀਂ ਮਿਲੀ। ਉਹਦੀ ਬਖਸ਼ ਤੋਂ ਬਿਨਾਂ ਸਭ ਜ਼ੀਰੋ ਹੈ, ਸਭ ਜ਼ੀਰੋ, ਸਭ ਹੈ। ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ। ਸਾਰਾ ਕੁਝ ਜ਼ਹਿਰ ਬਣ ਗਿਆ, ਵਿਖਿਆ ਬਣ ਗਿਆ, ਸੁਆਹ ਬਣ ਗਿਆ, ਕਿਉਂਕਿ ਸਾਥ ਗਿਆ ਹੀ ਕੁਛ ਨਹੀਂ।
ਵਾਹਵਾ ਵੀ ਇੱਥੇ ਰਹਿ ਗਈ, ਵਾਹਵਾ ਕਰਨ ਵਾਲੇ ਵੀ ਇੱਥੇ ਰਹਿ ਗਏ, ਜਿੰਦਾਬਾਦ ਕਹਿਣ ਵਾਲੇ ਵੀ ਇੱਥੇ ਰਹਿ ਗਏ। ਸਾਥ ਨਾ ਚੱਲੇ ਜਨ ਵਿਖਿਆ ਸਗਲੀ ਸ਼ਾਰ, ਇਸ ਲਈ ਹਰ ਹਰ ਨਾਮ ਆਵਨ ਨਾਨਕ ਬਖਸ਼ਿਸ਼ ਦੀ ਵੈਲੀਏ ਨੂੰ ਸਮਝੋ ਆਪਾਂ ਗੁਰਸਿੱਖੋ। ਸਾਡਾ ਕਰਮ ਬਹੁਤ ਛੋਟਾ ਹੈ। ਜੇ ਮੈਂ ਬੇਨਤੀ ਕਰਾਂ ਵੀ ਬੰਦਾ ਫਿਰ ਕਹੇ ਜੀ ਲੈ ਫਿਰ ਮੈਂ ਨਿਤਨੇਮ ਕਰਦਾ, ਇਸਦਾ ਮਤਲਬ ਕੋਈ ਮੈਨੇ ਨਹੀਂ। ਜੇ ਮੈਨੂੰ ਨਿਤਨੇਮ ਕਰਕੇ ਨਾ ਮਿਲਿਆ, ਮੈਨੂੰ ਉੱਠ ਕੇ ਨਾ ਮਿਲਿਆ, ਮੈਨੂੰ ਸਿਮਰਨ ਨਾ ਮਿਲਿਆ, ਮੈਨੂੰ ਆਰਾਧਨ ਕਰਕੇ ਨਾ ਮਿਲਿਆ, ਮੈਨੂੰ ਸਾਧਨਾ ਕਰਕੇ ਨਾ ਮਿਲਿਆ, ਫਿਰ ਤੇ ਉਹ ਭਾਈ ਜੇ ਉਹ ਸਾਧਨਾ ਨਾਲ ਮਿਲ ਗਿਆ, ਮੇਰੀ ਸਾਧਨਾ ਨਾਲ ਮਿਲ ਗਿਆ, ਮੇਰੀ ਸਾਧਨਾ ਵੱਡੀ ਜਾਂ ਛੋਟਾ ਹੋ ਗਿਆ। ਜੇ ਮੇਰੇ ਪਾਠ ਕਰਨ ਨਾਲ ਮਿਲ ਗਿਆ, ਮੇਰਾ ਪਾਠ ਵੱਡਾ ਛੋਟਾ ਹੋ ਗਿਆ। ਜੇ ਮੇਰੇ ਉੱਠਣ ਨਾਲ ਮਿਲਦਾ, ਮੇਰਾ ਉੱਠਣਾ ਵੱਡਾ ਹੋ ਗਿਆ ਛੋਟਾ ਹੋ ਗਿਆ। ਜੇ ਕਥਾ ਸੁਣਨ ਨਾਲ ਮਿਲੇ, ਕਥਾ ਵੱਡੀ ਹੋ ਗਈ, ਉਹ ਛੋਟਾ ਹੋ ਗਿਆ। ਕਥਾ ਕਰਨ ਨਾਲ ਮਿਲ ਗਿਆ, ਕਰਨ ਵਾਲਾ ਵੱਡਾ ਹੋ ਗਿਆ, ਮਿਲਣ ਵਾਲਾ ਛੋਟਾ ਹੋ ਜਾਏਗਾ। ਗੁਰਪ੍ਰਸਾਦ ਲਿਖਣ ਦਾ ਅਰਥ ਕੀ ਸੀ? ਆਹੀ ਅਰਥ ਸੀ, ਸਭ ਕੁਝ ਕਰਨ ਤੋਂ ਬਾਅਦ ਵੀ ਗੁਰਪ੍ਰਸਾਦ ਜ਼ਰੂਰੀ ਹੈ, ਉਹਦੀ ਨਦਰ ਜ਼ਰੂਰੀ ਹੈ, ਨਦਰ ਹੋਣਾ ਬਹੁਤ ਜ਼ਰੂਰੀ ਹੈ। ਵਰਨਾ ਬਾਤ ਨਾ ਪੁੱਛੇ ਕਿ ਦੁਨੀਆ ਕੀ ਵਡਿਆਈਆਂ ਕਬ ਨੇ ਆਵੇ ਕਿ ਕਿਸੇ ਕੰਮ ਨਹੀਂ ਹੋਣੀਆਂ। ਤਾਂ ਮਹਾਰਾਜ ਨੇ ਕਿਹਾ ਕਰਮ ਸੱਚਾ ਨਿਸ਼ਾਨ, ਨਾਨਕ ਮੱਤੀ ਮਿੱਥਿਆ। ਇਹ ਮੱਤਾਂ ਮਿੱਥਿਆ ਨੇ, ਝੂਠੀਆਂ ਨੇ। ਇਹਨਾਂ ਗੱਲਾਂ ਚੋਂ ਬਾਹਰ ਨਿਕਲੋ, ਇਹਨਾਂ ਭਰਮਾਂ ਚੋਂ ਬਾਹਰ ਨਿਕਲੇ, ਬਖਸ਼ਿਸ਼ ਵਾਲੇ ਪਾਸੇ ਤੁਰੀਏ। ਹਰ ਕਰਮ ਦੇ ਵਿੱਚ ਚਾਨਣਾ, ਕਰਮ ਕਰਨ ਤੋਂ ਬਾਅਦ ਬਖਸ਼ਿਸ਼ ਜ਼ਰੂਰ ਮੰਗੋ। ਬਖਸ਼ਿਸ਼ ਹਮੇਸ਼ਾ ਹੀ ਮੰਗੋ, ਕਰਮ ਕਰਦੇ ਹੋਏ ਮੰਗੋ, ਨਾ ਕਰਦੇ ਬਖਸ਼, ਕਿਉਂਕਿ ਸਾਨੂੰ ਬਖਸ਼ਿਸ਼ ਤਾਰੇਗੀ, ਉਹਦੀ ਕਿਰਪਾ ਤਾਰੇਗੀ, ਉਹਦੀ ਨਜ਼ਰ ਤਾਰੇਗੀ, ਉਹਦੀ ਰਹਿਮਤ ਤਾਰੇਗੀ। ਠੀਕ ਹੈ ਜੀ, ਇੱਥੇ ਆਪਾਂ ਹੁਣ ਸਮਾਪਤੀ ਕਰਦੇ ਹਾਂ। ਤੇ ਹੁਣ ਅੱਜ ਦੀ ਇਸ ਵਿਚਾਰ ਚੋਂ ਜੋ ਆਪ ਜੀ ਦੇ ਵਿਚਾਰ ਨੇ, ਜੋ ਤੁਸੀਂ ਕੁਝ ਸੁਣਿਆ ਸਮਝਿਆ, ਜਾਂ ਕੋਈ ਸਵਾਲ ਹੋਵੇ, ਸੁਝਾਅ ਹੋਵੇ, ਤੇ ਹੁਣ ਤੁਸੀਂ ਸਾਂਝਾ ਕਰ ਸਕਦੇ ਹੋ। ਸਭਨਾਂ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਹਾਂਜੀ ਆਓ ਜੀ, ਆਵਾਜ਼ ਆ ਰਹੀ ਵਿੱਚ? ਹਾਂਜੀ 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 ਬੋਲੋ। ਹਾਂਜੀ ਹੁਣ ਆਉਂਦੀ ਨੀ ਆਵਾਜ਼? ਠੀਕ ਹੈ ਜੀ, ਠੀਕ ਹੈ। ਹਾਂਜੀ ਹਾਂਜੀ, ਇਹ ਜਿਹੜੇ ਅੱਜ ਪਹਿਲੇ ਆਪਣੇ ਹੋਮੇ ਦੀ ਗੱਲ ਆਈ ਸੀਗੀ ਕਿ ਜਿਵੇਂ ਬਹੁਤ ਹੀ ਸੂਖਮ ਹੁੰਦੀ ਹੈ, ਕਈ ਵਾਰੀ ਦੂਜੀ ਵੀ ਨਹੀਂ ਜਾ ਸਕਦੀ ਹੋਮੇ। ਹਾਂਜੀ ਹਾਂਜੀ। ਤੇ ਕਈ ਵਾਰੀ ਐ ਹੁੰਦਾ ਵੀ ਆਪਾਂ ਨੂੰ ਦਿਖ ਜਾਂਦਾ ਵੀ ਹੁਣ ਆਊਗੀ ਹੋਮੇ, ਤੇ ਹੁਣ ਆਪਾਂ ਜੋ ਵੀ ਕੰਮ ਕਰਨ ਲੱਗੇ ਇਹ ਆਪਣੇ ਹੋਮੇ ਚੋਂ ਕਰਨ ਲੱਗੇ ਆ। ਪਰ ਉਹ ਇਹ ਸਮਝ ਆਉਣ ਤੋਂ ਬਾਅਦ ਵੀ ਕਈ ਵਾਰੀ ਉਹ ਕੰਮ ਹੋ ਜਾਂਦਾ, ਬੰਦਾ ਬਾਅਦ ਚ ਪਛਤਾਵਾ ਵੀ ਹੁੰਦਾ, ਵੀ ਪਤਾ ਵੀ ਲੱਗ ਗਿਆ ਸੀ ਵੀ ਆ ਰਹੂਗਾ, ਗੁੱਸਾ ਆਊਗਾ, ਕਿਸੇ ਤੇ ਕੱਢਿਆ ਜਾਂਦਾ ਗੁੱਸਾ, ਪਰ ਉਹ ਰੋਕ ਨਹੀਂ ਹੁੰਦਾ। ਮਤਲਬ ਜਿਵੇਂ ਹੋਮੇ ਜੇ ਸਮਝ ਆ ਵੀ ਜਾਵੇ ਤਾਂ ਉਹਨੂੰ ਫਿਰ ਜਿਹੜੀ ਉਦਮ ਚ ਘਾਟ ਆ। ਸਵਾਲ ਮੈਂ ਸਮਝ ਗਿਆ, ਬੇਨਤੀ ਸੁਣੋ ਹੁਣ ਥੋੜੀ ਜੀ। ਕੋਈ ਵੀ ਅਸੀਂ ਕਰਮ ਕਰਨਾ, ਪਹਿਲਾਂ ਤਾਂ ਖਿਆਲ ਆਊਗਾ, ਤੇ ਫਿਰ ਉਹਦੇ ਨਾਲ ਕਈ ਤਰ੍ਹਾਂ ਦੀ ਪਲੈਨਿੰਗ ਆ ਜਾਂਦੀ। ਖਿਆਲ ਤਾਂ ਆਊਗਾ, ਖਿਆਲ ਤੋਂ ਬਾਅਦ ਕੋਈ ਕਰਮ ਕੀਤਾ ਜਾਊਗਾ, ਹਨਾ, ਜਾਂ ਉਹਨੂੰ ਅਸੀਂ ਪ੍ਰੈਕਟੀਕਲ ਰੂਪ ਦੇ ਸਕਦੇ ਹਾਂ। ਤੇ ਉਹਦੇ ਨਾਲ ਹੋਮੇ ਵੀ ਆਉਂਦੀ ਹੈ। ਮੰਨ ਲਿਆ ਆਪਾਂ ਸੁਭਾਵਿਕ ਆ ਜਾਂਦੀ ਆ, ਕਿਉਂਕਿ ਮਨ ਦਾ ਸੁਭਾਅ ਜਨਮ ਦੀ ਮੈਲਾ ਇੱਕ ਦਿਨ ਦੀ ਤੇ ਹੈ ਨਹੀਂ, ਪਿੱਛੋਂ ਚੱਲੀ ਆ ਰਹੀ ਹੈ। ਇਹ ਅਸੀਂ ਗਵਾਉਣ ਹੀ ਆਇਆ ਨਾ, ਛੱਡਣ ਆਇਆ। ਹੁਣ ਕਰਨਾ ਕੀ ਹੈ? ਹੁਣ ਅਸੀਂ ਇਹ ਨਹੀਂ ਕਰ ਰਹੇ ਵੀ ਅਸੀਂ ਹੁਣ ਕੰਮ ਨਾ ਕਰੀਏ ਉਹ ਵਾਲਾ, ਜੋ ਚੰਗਾ ਕਰਮ ਹੈ ਵੀ ਉਹਨੂੰ ਆਪਾਂ ਕਰੀਏ ਨਾ। ਹੁਣ ਕਰਨਾ ਉੱਥੇ ਕਰਮ ਨਹੀਂ ਛੱਡਣਾ, ਉੱਥੇ ਤਿਆਗਣੇ, ਉੱਥੇ ਫਿਰ ਹੋਮੇ ਹੀ ਹੈ। ਆਪਾਂ ਜਿਹੜੀ ਹੁਣ ਗੱਲ ਕੀਤੀ ਹੈ, ਉਹ ਮਹਾਰਾਜ ਕਹਿੰਦੇ ਕਰਮ ਕਰਤ ਹੋਵੇ ਨਹੀਂ ਕਰਮ। ਅਸੀਂ ਬਸ ਮਤਾ ਭਾਵ ਕੱਢਣਾ, ਅਹੰ ਭਾਵ ਵੀ ਮੈਂ ਨਹੀਂ ਕਰ ਰਿਹਾ, ਅਸਲ ਚ ਤੇ ਕਰਾ ਰਹੇ। ਉਹਨੇ ਤੇ ਸੂਝੀ ਪਾਈ ਹੈ ਮੇਰੇ ਮਨ ਚ, ਜੀ ਹਾਲ ਕਿਹਨੇ ਪਾਇਆ? ਖਿਆਲ ਆਇਆ ਕਿੱਥੋਂ? ਅੰਦਰ ਉਹਨੇ ਖਿਆਲ ਉਹਨੇ ਪਾਇਆ ਨਾ, ਸੋਝੀ ਦਿੱਤੀ ਉਹਨੇ ਸਾਨੂੰ। ਆਪਾਂ ਸੋਝੀ ਕਹਿ ਦਿੰਦੇ ਆ, ਗਿਆਨ ਦਿੱਤਾ ਸਾਨੂੰ, ਮੱਤ ਦਿੱਤੀ, ਕੋਈ ਸ਼ਬਦ ਲਾ ਲਓ। ਤੇ ਜੇ ਖਿਆਲ ਉਹਨੇ ਦਿੱਤਾ, ਕਰਮ ਕਰਾਉਣਾ ਵੀ ਉਹਨੇ ਵਰਤ ਸਾਡਾ ਸਰੀਰ ਲਿਆ, ਉਹ ਕਿਸੇ ਹੋਰ ਨੂੰ ਵੀ ਵਰਤ ਸਕਦਾ। ਤੇ ਫਿਰ ਸਾਨੂੰ ਹੋਮੇ ਨਹੀਂ ਕਰਨੀ ਚਾਹੀਦੀ, ਸਾਨੂੰ ਉਹਦਾ ਥੈਂਕਸ ਕਰਨਾ ਚਾਹੀਦਾ ਹੈ ਵੀ ਸ਼ੁਕਰ ਹੈ ਪਾਤਸ਼ਾਹ, ਤੂੰ ਮੇਰੇ ਰਾਹੀਂ ਸੇਵਾ ਲੈ ਰਿਹਾ, ਮੈਨੂੰ ਤੂੰ ਵਰਤ ਰਿਹਾ, ਮੇਰੇ ਜਿੰਮੇ ਸੇਵਾ ਲਾਈ ਹੈ, ਤੇ ਕਿਰਪਾ ਕਰੀ ਹੁਣ ਬਖਸ਼ਿਸ਼ ਕਰਕੇ ਇਹ ਕਰਾਉਣੀ ਵੀ ਤੂੰ ਹੀ ਹੈ, ਇਹਨੂੰ ਕਰਾ ਵੀ ਲਈ, ਨਿਭਾ ਵੀ ਲਈ, ਤੇ ਮੈਨੂੰ ਆਪਣੇ ਨੂੜੀ ਰੱਖੀ। ਬਸ ਮਨ ਚ ਹਉ ਭਾਵ ਨਹੀਂ ਲੈ ਕੇ ਆਉਣਾ, ਬਸ ਗੱਲ ਇੰਨੀ ਹੈ। ਕਰਨਾ ਆ ਵੀ ਗਈ, ਆਉਣ ਦਿਓ, ਉਹਨੂੰ ਕਬੂਲ ਕਰੋ, ਆਉਂਦੀ ਆਉਣ ਦਿਓ, ਕੋਈ ਗੱਲ ਨਹੀਂ। ਕਬੂਲ ਨਹੀਂ ਕਰਨਾ, ਕਬੂਲ ਦਾ ਅਰਥ ਹੈ ਵੀ ਉਹਨੂੰ ਆਉਣ ਦੇ, ਐਕਸੈਪਟ ਕਰੋ, ਉਹਨੂੰ ਬਾਹਰ ਨਿਕਲਣ ਦਿਓ ਹੌਲੀ ਹੌਲੀ। ਭਾਂਡਾ ਖਾਲੀ ਵੀ ਤਾਂ ਕਰਨਾ ਹੈ ਨਾ ਅਸੀਂ, ਵੀ ਰੋਕਣੇ ਨਹੀਂ ਅੰਦਰ।
ਰੋਕਣੀ ਇਹ ਤਾਂ ਹੈਗੀ ਇਸ ਗਿਆਨ ਨਾਲ, ਪਰ ਕਈ ਵਾਰੀ ਨਾ ਗਿਆਨ ਨਹੀਂ ਹੁੰਦਾ ਵੀ ਰੁਕ ਜਾਵੇ, ਆ ਤਾਂ ਗਈ ਸਮਝ, ਬੰਦਾ ਕਹਿੰਦਾ ਨਹੀਂ ਯਾਰ ਆ ਗਈ, ਕੋਈ ਨਹੀਂ ਕਰਦੇ ਆ। ਅੱਜ ਨਹੀਂ ਤਾਂ ਅੱਜ ਉਹਨੇ ਕੰਮ ਕੀਤਾ, ਉਹਨੂੰ ਪਤਾ ਲੱਗ ਗਿਆ ਮੈਂ ਕਰ ਗਿਆ। ਹੁਣ ਉਹਨੂੰ ਸਿੱਖਿਆ ਕਿੱਥੋਂ ਮਿਲਣੀ ਹੈ? ਇਸੇ ਚੀਜ਼ ਚੋਂ ਮਿਲਣੀ ਹੈ। ਅੱਜ ਨਹੀਂ ਤਾਂ ਕੱਲ ਨੂੰ ਇਹੀ ਗੱਲ ਉਹਦਾ ਆਪਣਾ ਪ੍ਰੈਕਟੀਕਲ ਉਹਨੂੰ ਸਿੱਖਿਆ ਦਊਗਾ, ਉਹ ਕਹੇਗਾ ਖੁਦ ਵੀ ਹਾਂ ਯਾਰ ਉਦੋਂ ਮੈਂ ਆਹ ਕੰਮ ਗਲਤ ਕੀਤਾ ਸੀ, ਉਦੋਂ ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਉਹ ਆਪਣੀ ਇਸ ਗੱਲ ਨੂੰ ਸੁਧਾਰੂਗਾ। ਇਹ ਦੇਖੋ ਗੱਲ ਉਹੀ ਹੁੰਦੀ ਨੇ, ਕਈ ਪੱਖਾਂ ਤੋਂ ਗੱਲ ਬੁੱਝਣੀ ਪੈਂਦੀ ਹੈ, ਕਈ ਪੱਖਾਂ ਤੋਂ। ਇੱਕ ਚ ਹੋ ਗਿਆ ਉਹਨੂੰ ਦਬਾ ਦਿਓ, ਅੰਦਰ ਹੀ ਮਾਰ ਦਿਓ, ਅੰਦਰ ਹੀ ਰੋਕ ਦਿਓ, ਉਹਦੇ ਵਾਸਤੇ ਤੇ ਬਹੁਤ ਜ਼ਿਆਦਾ ਤਾਕਤ એનર્ਜੀ ਚਾਹੀਦੀ ਹੈ, ਗਿਆਨ ਦੀ, ਅਕਲ ਦੀ, ਮੱਤ ਦੀ, ਤਿੱਖਣ ਮੱਤ ਚਾਹੀਦੀ ਹੈ, ਬਹੁਤ ਜ਼ਿਆਦਾ ਤੁਹਾਡੇ ਚੋਂ ਸ਼ਕਤੀ ਚਾਹੀਦੀ ਹੈ, ਇੱਕ ਗਿਆਨ ਦੀ ਪਾਵਰ ਚਾਹੀਦੀ ਹੈ ਅੰਦਰ ਤੁਹਾਡਾ ਆਪਣੇ ਆਪ ਤੇ ਇੰਨਾ ਕੰਟਰੋਲ ਚਾਹੀਦਾ ਬਹੁਤ ਜ਼ਿਆਦਾ। ਹੁਣ ਉਹ ਹਰੇਕ ਚ ਇੰਨਾ ਹੁੰਦਾ ਨਹੀਂ, ਉੱਥੇ ਫਿਰ ਕੀ ਆਉਂਦੀ ਉਹਨੂੰ ਉਸ ਟਾਈਮ ਉਹਨੂੰ ਨਿਕਲ ਜਾਣ ਤੋਂ ਬਾਹਰ। ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹੀ ਚੀਜ਼ ਤੁਹਾਡੀ ਜਿਹੜੀ ਹੈਗੀ ਆ ਵਾਪਰਿਆ ਹੋਇਆ ਵਰਤਾਰਾ ਆਉਣ ਵਾਲੇ ਟਾਈਮ 'ਚ ਤੁਹਾਡੇ ਲਈ ਇੱਕ ਮੈਸੇਜ ਲੈ ਕੇ ਆਏਗਾ, ਤੁਹਾਨੂੰ ਕੁਝ ਸਿਖਾ ਕੇ ਜਾਏਗਾ, ਉਹੀ ਜਾਂ ਕੁਝ ਅੱਗੇ ਜਾ ਕੇ ਸਿਖਾ ਵੀ ਦੇਗਾ। ਚੰਗਾ ਇਹੀ ਹੈ, ਬੈਟਰ ਇਹੀ ਹੈ ਕਿ ਅਸੀਂ ਇਹ ਕਰਤਾ ਭਾਵਨਾ ਲੈ ਕੇ ਵੀ ਠੀਕ ਹੈ, ਦੁਨੀਆ 'ਚ ਬੜੇ ਕੰਮ ਨੇ, ਬੜੇ ਕਰਮ ਨੇ, ਬੜਾ ਕੁਝ ਹੁੰਦਾ ਹੈ, ਬੜਾ ਕੁਝ ਹੋਣਾ ਹੈ, ਬੜਾ ਕੁਝ ਹੋ ਰਿਹਾ ਹੈ। ਉਹਨੇ ਸਾਡੇ ਸਾਰਿਆਂ ਸਿਰ ਜ਼ਿੰਮੇਵਾਰੀਆਂ ਲਾਈਆਂ ਨੇ ਕਿ ਅਸੀਂ ਸਮਾਜ, ਸੰਸਾਰ, ਦੁਨੀਆ 'ਚ ਰਹਿ ਕੇ ਇੱਕ ਚੰਗਾ ਜੀਵਨ ਜੀਣਾ, ਆਪਣੇ ਅੰਦਰ ਵੀ ਸੁਧਾਰ ਕਰਨਾ, ਜਿਵੇਂ ਅਸੀਂ ਬਾਹਰ ਕਰਦੇ ਹਾਂ ਉਵੇਂ ਅੰਦਰ ਵੀ ਕਰੀਏ, ਤੇ ਜਿਵੇਂ ਅੰਦਰ ਕਰਦੇ ਹਾਂ ਉਵੇਂ ਬਾਹਰ ਕਰੀਏ। ਪ੍ਰੇਰਣਾ ਉਹਨੇ ਦੇਣੀ ਹੈ, ਉਹੀ ਦੇ ਰਿਹਾ, ਸ਼ਕਤੀ ਉਹ ਦੇ ਰਿਹਾ। ਜਿੰਨਾ ਅਸੀਂ ਹੋਰ ਪੋਜ਼ਿਟਿਵ ਹੁੰਦੇ ਜਾਵਾਂਗੇ, ਹੋਰ ਅਕਲਮੱਤ ਆਉਂਦੀ ਜਾਏਗੀ, ਸਮਝ ਆਉਂਦੀ ਜਾਏਗੀ, ਉਨੀ ਸਾਡੇ 'ਚ ਚਾਨਣ ਵੱਧਦਾ ਜਾਏਗਾ, ਉਨੀ ਅਸੀਂ ਹੋਰ ਤੀਬਰਤਾ ਨਾਲ, ਹੋਰ ਤਿੱਖਣ ਮੱਤ ਨਾਲ, ਹੋਰ ਜ਼ਿਆਦਾ ਕਹਿ ਲਈਏ ਚੰਗੇ ਤਰੀਕੇ ਨਾਲ ਅਸੀਂ ਸਮਾਜ ਦਾ, ਸੰਸਾਰ ਦਾ, ਬਾਹਰ ਦਾ ਤੇ ਆਪਣੇ ਅੰਦਰ ਦਾ ਭਲਾ ਕਰ ਸਕਦੇ ਹਾਂ। ਹਾਂਜੀ, ਧੰਨਵਾਦ ਜੀ, ਬਹੁਤ ਵਧੀਆ ਤੁਸੀਂ। ਹਾਂਜੀ, ਕੋਈ ਸੱਜਣ ਫਿਰ ਸਾਰਿਆਂ ਦਾ ਇਸੇ ਤਰ੍ਹਾਂ ਜੁੜੇ ਰਹੋ, ਚੜ੍ਹਦੀ ਕਲਾ 'ਚ ਰਹੋ, ਖੁਸ਼ ਰਹੋ, ਗੁਰਬਾਣੀ ਦਾ ਆਨੰਦ ਮਾਣਦੇ ਰਹੋ। ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।